ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਵਿਦ ਆਰਟੀ ਸਰ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਬੋਹਰ ਤੋਂ। ਅੱਜ ਅਸੀਂ ਜੀ ਇੱਕ ਨਵੀਂ ਸੀਰੀਜ਼ ਸਟਾਰਟ ਕਰ ਰਹੇ ਹਾਂ। ਲక్ష్ਮੀਕਾਂਤ ਬੁੱਕ ਦੀ ਪੋਲਿਟੀ ਅਸੀਂ ਸਟਾਰਟ ਕਰ ਰਹੇ ਹਾਂ ਇਸ ਨਵੀਂ ਸੀਰੀਜ਼ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਸੀਰੀਜ਼ ਪਸੰਦ ਆਵੇਗੀ ਅਤੇ ਇਸ ਦੇ ਵਿੱਚ ਅਸੀਂ ਬਿਲਕੁਲ ਇੱਕ ਚੈਪਟਰ ਤੋਂ ਲਾਈਨ ਬਾਏ ਲਾਈਨ ਅਸੀਂ ਵਰਡ ਬਾਏ ਵਰਡ ਇਹਨੂੰ ਸਮਝਾਂਗੇ ਸਾਰਿਆਂ ਨੂੰ। ਅਤੇ ਤੁਸੀਂ ਇਸ ਨੂੰ ਜਿਹੜੇ ਪੁਆਇੰਟ ਤੁਹਾਨੂੰ ਵਧੀਆ ਲੱਗਣ ਤੁਸੀਂ ਨੋਟ ਵੀ ਕਰ ਸਕਦੇ ਹੋ, ਆਪਣੇ ਨੋਟਸ ਵੀ ਬਣਾ ਸਕਦੇ ਹੋ। ਅਤੇ ਆਓ ਜੀ ਹੁਣ ਆਪਾਂ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਦਾ ਜਿਹੜਾ ਪੋਲਿਟੀ ਦਾ ਜਿਹੜਾ ਚੈਪਟਰ ਹੈ ਉਹਨੂੰ ਸਟਾਰਟ ਕਰੀਏ। ਸਟਾਰਟ ਕਰਨ ਤੋਂ ਪਹਿਲਾਂ ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ, ਪਲੀਜ਼ ਇਸ ਵੀਡੀਓ ਨੂੰ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀ ਵੀਡੀਓਜ਼ ਨੂੰ ਤੁਹਾਨੂੰ ਫਰਦਰ ਮਿਲਦੀਆਂ ਰਹਿਣ ਇਸ ਲਈ ਤੁਸੀਂ ਜਿਹੜਾ ਸਬਸਕ੍ਰਾਈਬ ਬਟਨ ਹੈ ਉਸ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਬਟਨ ਨੂੰ ਦਬਾ ਦੇਣਾ ਤਾਂ ਕਿ ਇਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜਦੋਂ ਵੀ ਵੀਡੀਓ ਅਪਲੋਡ ਹੋਏਗੀ ਨਾਲ ਦੀ ਨਾਲ ਪਹੁੰਚ ਜਾਏਗਾ। ਅਤੇ ਆਓ ਜੀ ਹੁਣ ਅਸੀਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਅਤੇ ਤੁਹਾਨੂੰ ਪਤਾ ਹੀ ਹੋਏਗਾ ਜੀ ਕਿ ਇੰਡੀਆ ਦੇ ਵਿੱਚ ਬ੍ਰਿਟਿਸ਼ ਆਏ ਸੀਗੇ ਈਸਟ ਇੰਡੀਆ ਕੰਪਨੀ ਬਣਾ ਕੇ। ਈਸਟ ਇੰਡੀਆ ਕੰਪਨੀ ਉਸ ਨੂੰ ਆਪਾਂ ਬੋਲਦੇ ਹਾਂ ਹਿਸਟੋਰੀਕਲ ਬੈਕਗਰਾਊਂਡ। ਕੌਂਸਟੀਟਿਊਸ਼ਨ ਤਾਂ ਬਣਿਆ ਸੀ 1947 ਦੇ ਵਿੱਚ, ਆਪਣਾ ਬਣ ਕੇ ਤਿਆਰ ਹੋ ਗਿਆ ਸੀਗਾ, ਬਣਨਾ ਸਟਾਰਟ ਕੀਤਾ ਸੀਗਾ ਤਾਂ 50 ਦੇ ਵਿੱਚ ਬਣ ਕੇ ਤਿਆਰ ਹੋਇਆ ਸੀਗਾ। ਪਰ ਇਸ ਤੋਂ ਪਹਿਲਾਂ 200 ਸਾਲ ਪਹਿਲਾਂ ਜੋ ਵੀ ਇਹਨਾਂ ਨੇ ਕੁਛ ਕੀਤਾ ਸੀਗਾ ਆਪਾਂ ਨੂੰ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਲੈ ਕੇ ਪੜ੍ਹਦੇ ਹਾਂ। ਹਿਸਟੋਰੀਕਲ ਬੈਕਗਰਾਊਂਡ ਦਾ ਮਤਲਬ ਹੈ ਇਹਦੇ ਵਿੱਚ ਤੁਹਾਨੂੰ ਕੁਛ ਹਿਸਟਰੀ ਵੀ ਪਤਾ ਹੋਣੀ ਚਾਹੀਦੀ ਹੈ, ਹਿਸਟਰੀ ਵੀ ਕੁਛ ਇਨਕਲੂਡ ਹੋਏਗੀ। ਅਤੇ ਕੁਛ ਸਾਡਾ ਜਿਹੜਾ ਸੰਵਿਧਾਨ ਬਣਾਉਣ ਦਾ ਜਿਹੜਾ ਕੰਮ ਹੈ ਇਹ ਕੋਈ ਨਵਾਂ ਨਹੀਂ ਸੀਗਾ, ਇੱਕਦਮ ਸਟਾਰਟ ਨਹੀਂ ਹੋਇਆ। ਇਹਦੇ ਵਾਸਤੇ 200 ਸਾਲ ਆਪਾਂ ਲੜੇ ਹਾਂ ਇਹ ਜਿਹੜੇ ਬ੍ਰਿਟਿਸ਼ ਦੇ ਨਾਲ, ਅਤੇ ਉਸ ਤੋਂ ਬਾਅਦ ਸਾਨੂੰ ਇਹ ਫਰੇਮਵਰਕ ਜਿਹੜਾ ਬਣਾ ਕੇ ਦਿੱਤਾ ਗਿਆ ਸੀ ਉਹਦੇ ਬਾਰੇ ਇਹ ਥੋੜ੍ਹੀ ਜਿਹੀ ਹਿਸਟੋਰੀਕਲ ਬੈਕਗਰਾਊਂਡ ਪੜ੍ਹ ਲੈਂਦੇ ਹਾਂ ਆਪਾਂ। ਦੀ ਬ੍ਰਿਟਿਸ਼ ਕੇਮ ਫਰੋਮ ਇੰਡੀਆ 1600 ਈਸਵੀ ਦੇ ਵਿੱਚ ਇਹ ਐਜ਼ ਏ ਟਰੇਡਰ ਇੰਡੀਆ ਦੇ ਵਿੱਚ ਆਏ ਸੀਗੇ ਇਨ ਦੀ ਫੋਰਮ ਆਫ ਦਾ ਈਸਟ ਇੰਡੀਆ ਕੰਪਨੀ। ਕੀ ਬਣਾ ਕੇ ਆਏ ਸੀ? ਈਸਟ ਇੰਡੀਆ ਕੰਪਨੀ ਬਣਾ ਕੇ ਆਏ ਸੀਗੇ ਵਿਚ ਹੈਡ ਟੂ ਐਕਸਕਲੂਸਿਵ ਰਾਈਟ ਟੂ ਟਰੇਡ ਦਾ ਇੰਡੀਆ। ਅਤੇ ਇਹਨਾਂ ਨੂੰ ਐਕਸਕਲੂਸਿਵ ਰਾਈਟ ਦਿੱਤਾ ਗਿਆ ਸੀ ਪ੍ਰੋਪਰ ਕਿ ਇਹੀ ਲੋਕ ਜਿਹੜੇ ਕੁਛ ਚੁਣਿੰਦਾ ਲੋਕ ਸੀਗੇ ਈਸਟ ਇੰਡੀਆ ਕੰਪਨੀ ਦੇ ਵਿੱਚ, ਜਿਵੇਂ ਇੱਕ ਗਵਰਨਰ ਸੀਗਾ 25 ਅਤੇ ਉਹਦੇ ਵਿੱਚ ਇੱਕ ਮੇਨ ਪਰਸਨ ਸੀਗਾ, ਗਵਰਨਰ ਹੁੰਦਾ ਸੀ, 25 ਮੈਂਬਰ ਸੀ ਜਿਹੜੇ ਇਹਦੇ 'ਚ ਸ਼ੇਅਰ ਹੋਲਡਰ ਸੀਗੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਕੁਈਨ ਐਲਿਜ਼ਾਬੇਥ ਉਸ ਟਾਈਮ ਦੇ ਉੱਪਰ ਇਹਨਾਂ ਨੂੰ ਜਿਹੜੀ ਇਹ ਗ੍ਰਾਂਟ ਹੈ ਰਾਈਟ ਹੈ ਦਿੱਤਾ ਸੀਗਾ ਤਾਂ ਕਿ ਤੁਸੀਂ ਈਸਟ ਦੇ ਵਿੱਚ ਜਾਓ, ਈਸਟ ਦੇ ਵਿੱਚ ਜਾ ਕੇ ਤੁਸੀਂ ਵਪਾਰ ਕਰੋ ਕਿਸੇ ਵੀ ਦੇਸ਼ ਦੇ ਨਾਲ। ਅਤੇ ਇਹਨਾਂ ਨੂੰ ਕੁਛ ਰਾਈਟ ਦਿੱਤਾ ਸੀਗਾ। ਠੀਕ ਹੈ ਜੀ। ਉਸ ਟਾਈਮ ਦੇ ਵਿੱਚ ਤੁਹਾਨੂੰ ਕੁਐਸਚਨ ਇਹ ਆਏਗਾ ਕਿ ਇੰਡੀਆ ਦੇ ਵਿੱਚ ਇਹਨਾਂ ਦੀ ਤਾਂ ਚਲੋ ਰਾਣੀ ਸੀਗੀ, ਕਿਉਂਕਿ ਤੁਹਾਨੂੰ ਇਹ ਵੀ ਪਤਾ ਹੋਏਗਾ ਜਿਹੜਾ ਬ੍ਰਿਟੇਨ ਹੈ ਉਹਦੇ ਵਿੱਚ ਜਿਹੜਾ ਸੀਗਾ ਮੋਨਾਰਕੀ ਸਿਸਟਮ, ਰਾਜਾ ਰਾਣੀ ਦੀ ਸਰਕਾਰ ਹੁੰਦੀ ਸੀ। ਅਤੇ ਇੰਡੀਆ ਦੇ ਵਿੱਚ ਵੀ ਉਸ ਟਾਈਮ 'ਤੇ ਰਾਜੇ ਹੁੰਦੇ ਸੀ। ਅਤੇ ਇੰਡੀਆ ਦੇ ਵਿੱਚ ਕਿਹੜਾ ਵੰਸ਼ ਚੱਲ ਰਿਹਾ ਸੀ? ਇੰਡੀਆ ਦੇ ਵਿੱਚ ਡਾਇਨੈਸਟੀ ਚੱਲ ਰਹੀ ਸੀ ਮੁਗਲ ਚੱਲ ਰਹੇ ਸੀਗੇ। ਅਤੇ ਮੁਗਲ ਦੇ ਰਾਜਾ ਸੀਗੇ ਅਕਬਰ ਦੇ ਟਾਈਮ ਦੇ ਵਿੱਚ ਇਹ ਕੰਪਨੀ ਜਿਹੜੀ ਬ੍ਰਿਟਿਸ਼ ਹੈ ਇਸਟੈਬਲਿਸ਼ ਹੁੰਦੀ ਹੈ ਅਤੇ ਇੰਡੀਆ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ। 1765 ਦੇ ਵਿੱਚ ਇਹਨਾਂ ਨੇ ਆ ਕੇ ਕੀ ਕੀਤਾ ਜੀ, ਇਸ ਕੰਪਨੀ ਨੇ ਪਿਓਰਲੀ ਫਿਰ ਟਰੇਡਿੰਗ ਰਾਈਟ ਤੋਂ ਇਹਨਾਂ ਨੂੰ ਮਿਲ ਗਿਆ ਦੀਵਾਨੀ ਰਾਈਟ। ਹੁਣ ਦੀਵਾਨੀ ਰਾਈਟ ਸਮਝ ਲਓ ਕੀ ਹੁੰਦਾ ਜੀ। ਟਰੇਡਿੰਗ ਹੁੰਦਾ ਜੀ, ਤੁਸੀਂ ਪਹਿਲੇ ਫੈਕਟਰੀ ਦੀ ਪਰਮਿਸ਼ਨ ਲਓਗੇ, ਫੈਕਟਰੀ ਬਣਾਓਗੇ, ਫੋਰਟੀਫਿਕੇਸ਼ਨ ਕਰੋਗੇ। ਜਿੱਦਾਂ ਪੁਰਤਗੀਜ਼, ਇਸ ਦੀ ਸੀਰੀਜ਼ ਮੈਂ ਨਾ ਸੀਬੀਸੀ ਚੈਨਲ ਦੇ ਉੱਪਰ ਮਾਡਰਨ ਇੰਡੀਆ ਦੀ ਚਲਾ ਰੱਖੀ ਹੈ, ਤੁਸੀਂ ਉਹਨੂੰ ਵੀ ਜਾ ਕੇ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਤੁਹਾਨੂੰ ਉਹ ਵੀ ਸਮਝਾਉਣਗੇ ਕਿ ਪੁਰਤਗੀਜ਼ ਨੇ ਇੰਡੀਆ ਦੇ ਉੱਪਰ ਕਿਵੇਂ ਕਬਜ਼ਾ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਦੀਵਾਨੀ ਰਾਈਟਸ ਕੀ ਹੁੰਦੇ ਨੇ। ਦੀਵਾਨੀ ਰਾਈਟਸ ਇਹ ਹੁੰਦੇ ਨੇ ਕਿ ਜਿਹੜੇ ਉੱਥੇ ਦੇ ਲੋਕਲ ਰੂਲਰ, ਜਿਵੇਂ ਇੰਡੀਆ ਦੇ ਵਿੱਚ ਮੁਗਲ ਸੀਗੇ ਅਤੇ ਉਹ ਅਦਰ ਰੂਲਰਸ ਮਰਾਠਾ ਵੀ ਸੀਗੇ, ਉਹ ਜਿਵੇਂ ਲੋਕਾਂ ਤੋਂ ਟੈਕਸ ਲੈਂਦੇ ਸੀ ਉਸੇ ਤਰ੍ਹਾਂ ਦਾ, ਅਤੇ ਟੈਕਸ ਲੈ ਕੇ ਆਪਣਾ ਜਿਹੜਾ ਮੇਨਟੇਨ ਕਰਦੇ ਸੀ ਆਪਣੀ ਸਿਟੀ ਨੂੰ, ਆਪਣਾ ਐਡਮਿਨਿਸਟ੍ਰੇਸ਼ਨ ਸਹੀ ਕਰਦੇ ਸੀ। ਇਸੇ ਤਰ੍ਹਾਂ ਜਦੋਂ ਰਾਜੇ ਨੂੰ ਹਰਾ ਦਿੰਦੇ ਸੀ, ਲੋਕਲ ਰਾਜੇ ਨੂੰ ਇਹਨਾਂ ਨੇ ਹਰਾਇਆ ਸੀਗਾ, ਤਾਂ ਉਹ ਆਪਾਂ ਕੌਨਸਪਰੈਂਸੀ ਦੇਖਾਂਗੇ ਬੰਗਾਲ ਵਾਲੇ ਦੇ ਵਿੱਚ ਹਿਸਟਰੀ ਦੇ ਵਿੱਚ ਜਾ ਕੇ। ਪਰ ਜਦੋਂ ਇਹਨਾਂ ਨੇ ਬੰਗਾਲ ਦੇ ਰਾਜਾ ਸੁਰਾਉਜੋਦੌਲਾ ਨੂੰ ਹਰਾਇਆ ਅਤੇ ਸੁਰਾਉਜੋਦੌਲਾ ਤੋਂ ਦੁਬਾਰਾ ਫਿਰ ਇਹਨੂੰ ਕੀ ਮਿਲ ਗਿਆ ਸੀ, ਦੀਵਾਨੀ ਰਾਈਟ ਮਿਲ ਗਏ ਸੀ 3 ਸਟੇਟਾਂ ਦੇ, ਬੰਗਾਲ, ਬਿਹਾਰ, ਉੜੀਸਾ। ਠੀਕ ਹੈ ਜੀ। ਦੀਵਾਨੀ ਰਾਈਟਸ ਹੁੰਦਾ ਕਿ ਉੱਥੋਂ ਟੈਕਸ ਇਕੱਠਾ ਕਰਨਾ, ਉਸ ਤੋਂ ਬਾਅਦ ਮੁਗਲ ਬਾਦਸ਼ਾਹ ਨੂੰ ਟੈਕਸ ਦੇਣਾ, ਇਹ ਸਾਰਾ ਕੰਮ ਬ੍ਰਿਟਿਸ਼ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਕਈ ਤਰ੍ਹਾਂ ਦੇ ਸਿਸਟਮ ਵੀ ਲਾਗੂ ਕੀਤੇ ਸੀਗੇ ਟੈਕਸ ਇਕੱਠਾ ਕਰਨ ਵਾਸਤੇ, ਉਹਨੂੰ ਆਪਾਂ ਹਿਸਟਰੀ 'ਚ ਪੜ੍ਹਦੇ ਹਾਂ। ਠੀਕ ਹੈ ਜੀ। ਦੀਵਾਨੀ ਰਾਈਟ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਰਾਈਟ ਓਵਰ ਦੀ ਰੈਵਨਿਊ ਅਤੇ ਸਿਵਲ ਜਸਟਿਸ, ਲੋਕਾਂ ਨੂੰ ਜਸਟਿਸ ਨਿਆਂ ਦੇਣਾ ਅਤੇ ਰੈਵਨਿਊ ਇਕੱਠਾ ਕਰਨਾ ਇਹਨਾਂ ਦੇ ਹੱਥ ਦੇ ਵਿੱਚ ਆ ਗਿਆ ਸੀ। ਕਿਹੜੇ ਸਟੇਟਾਂ ਦੇ ਵਿੱਚ? ਬੰਗਾਲ, ਬਿਹਾਰ, ਉੜੀਸਾ ਦੇ ਵਿੱਚ। ਦਿਸ ਇਜ਼ ਸਟਾਰਟ ਟੂ ਕੈਰੀਅਰ ਐਜ਼ ਏ ਟੈਰੀਟੋਰੀਅਲ ਪਾਵਰ। ਇੱਥੋਂ ਹੀ ਇਹਨਾਂ ਨੇ ਜਦੋਂ ਦੀਵਾਨੀ ਰਾਈਟਸ ਮਿਲਦੇ ਆ ਇੱਥੋਂ ਲੋਕਾਂ ਦੇ ਨਾਲ ਪਹਿਲੇ ਤਾਂ ਵਪਾਰ ਕਰਨਾ ਸੀ, ਫਿਰ ਇੱਥੇ ਆ ਕੇ ਰਾਜੇ ਬਣ ਗਏ। ਇੱਥੇ ਫਿਰ ਕੀ ਬਣ ਕੇ ਨਿਕਲਦੇ ਆ? ਟੈਰੀਟੋਰੀਅਲ ਪਾਵਰ। ਇੱਥੇ ਦੀ ਇੱਕ ਸ਼ਕਤੀ ਬਣ ਜਾਂਦੀ ਹੈ ਇੰਡੀਆ ਦੇ ਵਿੱਚ, ਲੋਕਾਂ ਦੇ ਰਾਜਿਆਂ ਦੇ ਨਾਲ ਲੜਨ ਲੱਗ ਜਾਂਦੇ ਨੇ। ਠੀਕ ਹੈ ਜੀ।
ਉਸ ਤੋਂ ਬਾਅਦ ਫਿਰ ਇਹ 1858 ਦੇ ਵਿੱਚ ਵੇਕ ਆਫ ਦਾ ਸੁਪੋਏ ਇਮਿਊਨਿਟੀ, ਤੁਹਾਨੂੰ ਪਤਾ ਸੁਪੋਏ ਇਮਿਊਨਿਟੀ ਕੀ ਸੀ, 1857 ਦਾ ਵਿਦਰੋਹ ਹੋਇਆ ਸੀ ਇੰਡੀਆ ਦੇ ਵਿੱਚ। ਉਸ ਵਿਦਰੋਹ ਦੇ ਕਾਰਨ ਇਹ ਜਿਹੜੀ ਈਸਟ ਇੰਡੀਆ ਕੰਪਨੀ ਨੂੰ ਖਤਮ ਕਰ ਦਿੱਤਾ ਜਾਂਦਾ। ਬ੍ਰਿਟਿਸ਼ ਗੌਰਮੈਂਟ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਸੀਗੀ ਬ੍ਰਿਟੇਨ ਦੇ ਵਿੱਚ ਬੈਠੀ, ਇੰਗਲੈਂਡ ਦੇ ਵਿੱਚ ਬੈਠੀ ਹੈ। ਉਸ ਤੋਂ ਬਾਅਦ ਇਹ ਇੰਨੇ ਕੁ ਡਰ ਗਏ ਸੀਗੇ ਕਿ ਇਹ ਤਾਂ ਅਮਰੀਕਾ ਜਿਵੇਂ ਸਾਡੇ ਹੱਥ 'ਚੋਂ ਨਿਕਲ ਗਿਆ ਉਵੇਂ ਇਹ ਇੰਡੀਆ ਵੀ ਨਿਕਲ ਗਿਆ। ਇਹ ਡਰਨ ਦੇ ਕਾਰਨ ਫਿਰ ਇਹਨਾਂ ਨੇ ਕੀ ਕੀਤਾ ਜੀ, ਲੋਕ ਸਾਡੇ ਖੁਸ਼ ਨਹੀਂ ਹੈਗੇ, ਤਾਂ ਕਰਕੇ ਇਹਨਾਂ ਨੇ ਸੁਪੋਏ ਇਮਿਊਨਿਟੀ ਕੀਤੀ ਹੈ, ਲੋਕਾਂ ਨੇ ਵਿਦਰੋਹ ਕੀਤਾ। ਅਤੇ ਇਹਨਾਂ ਨੇ ਕੀ ਕੀਤਾ ਜੀ, ਜਿਹੜਾ ਰਾਈਟ ਸੀਗਾ ਪਹਿਲਾਂ ਕੰਪਨੀ ਦੇ ਹੱਥ ਦੇ ਵਿੱਚ ਟ੍ਰੇਡਿੰਗ ਫੰਕਸ਼ਨ ਸੀਗਾ, ਉੱਥੋਂ ਕੰਪਨੀ ਨੂੰ ਖਤਮ ਕਰਕੇ ਆਪਣੇ ਹੱਥ ਦੇ ਵਿੱਚ ਸਾਰਾ ਸਿਸਟਮ ਆਪਣੇ ਹੱਥ ਦੇ ਵਿੱਚ ਲੈ ਲਿਆ। ਅਤੇ ਉਸ ਤਰ੍ਹਾਂ ਤੋਂ ਜਿਹੜਾ 1858 ਤੋਂ ਫਿਰ ਸਟਾਰਟ ਬ੍ਰਿਟਿਸ਼ ਕਰਾਊਨ ਰੂਲ, ਠੀਕ ਹੈ ਜੀ। ਅਤੇ ਇਹ ਸੀਗੀ ਡਾਇਰੈਕਟ ਰਿਸਪੋਂਸੀਬਿਲਟੀ। ਅਤੇ ਉਸ ਟਾਈਮ 'ਤੇ ਰਾਣੀ ਨੂੰ ਇੰਡੀਆ ਦੇ ਵਿੱਚ ਬੁਲਾਇਆ ਗਿਆ ਅਤੇ ਉਹਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੇ ਪ੍ਰਤੀ ਵਫਾਦਾਰ ਬਣਾਂਗੇ, ਤੁਹਾਡੇ ਲਈ ਰੂਲ ਬਣਾਵਾਂਗੇ, ਵਧੀਆ ਰੱਖਾਂਗੇ ਤੁਹਾਨੂੰ, ਤੁਸੀਂ ਇਸ ਤਰ੍ਹਾਂ ਦਾ ਮੁੱਦਾ ਤੇ ਨਾ ਚੱਕੋ, ਠੀਕ ਹੈ ਜੀ। ਦੀ ਰੂਲ ਕੰਟੇਨ ਅੰਟਿਲ ਦੀ ਇੰਡੀਆ ਗਰੰਟਿਡ ਇੰਡੀਪੈਂਡੈਂਸ। ਅਤੇ ਇਹੀ ਰੂਲ ਸੀਗਾ ਜਿਹੜਾ ਆ ਕੇ 15 ਅਗਸਤ 1947 ਨੂੰ ਬ੍ਰਿਟੇਨ ਤੋਂ ਆਜ਼ਾਦੀ ਸਾਨੂੰ ਮਿਲਦੀ ਹੈ। ਅਤੇ ਇਹ ਤੁਹਾਨੂੰ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਹੁਣ ਇਹ ਸਮਝ ਆ ਗਿਆ ਹੋਵੇਗਾ। ਮੈਂ ਵਰਡ ਬਾਏ ਵਰਡ ਤੁਹਾਨੂੰ ਲਾਈਨ ਬਾਏ ਲਾਈਨ ਸਮਝਾ ਰਿਹਾ। ਉਸ ਤੋਂ ਬਾਅਦ ਵਿਦ ਦੀ ਇੰਡੀਪੈਂਡੈਂਸ ਕੇਮ ਨੀਡ ਥੋੜੀ। ਹੁਣ ਜਦੋਂ ਇੰਡੀਪੈਂਡੈਂਸ ਸਾਨੂੰ ਮਿਲ ਗਈ ਹੈ, ਹੁਣ ਦੇਖੋ ਜੀ ਸ਼ਾਸਨ ਮੰਗਣਾ ਆਸਾਨ ਹੁੰਦਾ ਹੈ ਪਰ ਉਸ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਉਸ ਟਾਈਮ ਦੇ ਤੁਸੀਂ ਮੰਨ ਕੇ ਚੱਲੋ 60 ਕਰੋੜ ਲੋਕ ਸੀਗੇ ਸਾਡੇ ਇੰਡੀਆ ਦੇ ਵਿੱਚ, 30-40 ਕਰੋੜ ਤਾਂ ਲੋਕ ਹੋਣੇ ਹੀ ਹੈ। ਉਹਨਾਂ ਲੋਕਾਂ ਨੂੰ ਸਿਰਫ 2 ਲੱਖ ਪਰਸਨ ਸੰਭਾਲ ਰਹੇ ਸੀ ਬ੍ਰਿਟਿਸ਼। ਹੁਣ ਤੁਸੀਂ ਦੇਖੋ ਕਿੰਨੀ ਦਿਮਾਗ ਲਗਾਇਆ ਹੋਏਗਾ, ਕਿੰਨੇ ਲਾਅ ਲਗਾਏ ਨੇ, ਕਿਵੇਂ ਲੋਕਾਂ ਨੂੰ ਇਹਨਾਂ ਨੇ ਕੰਟਰੋਲ ਕੀਤਾ ਹੈ। ਇਹ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਸੀਗਾ। ਹੁਣ ਇੰਡੀਆ ਵਾਲਿਆਂ ਨੇ ਰਾਜ ਤਾਂ ਮੰਗ ਲਿਆ, ਰਾਜ ਨੂੰ ਚਲਾਉਣਾ ਕਿੱਦਾਂ ਹੈ? ਚਲਾਉਣ ਵਾਸਤੇ ਫਿਰ ਇਹਨਾਂ ਨੇ ਕੀ ਕੀਤਾ ਜੀ, ਕੁਛ ਜਿਹੜੇ ਸਾਡੇ ਲੋਕ ਬ੍ਰਿਟਿਸ਼ ਦੇ ਵਿੱਚ ਗਏ ਸੀ, ਉੱਥੇ ਬ੍ਰਿਟਿਸ਼ ਸਿਸਟਮ ਕਿੱਦਾਂ ਚੱਲਦਾ ਹੈ, ਉਹਨਾਂ ਲੋਕਾਂ ਨੇ ਆ ਕੇ ਇੱਥੇ ਇੰਡੀਆ ਦੇ ਲੋਕਾਂ ਨੂੰ ਦੱਸਿਆ ਕਿ ਇੱਥੇ ਸਾਨੂੰ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਬਣਾਉਣਾ ਪੈਣਾ। ਇੰਡੀਪੈਂਡੈਂਸ ਕੇਮ ਟੂ ਨੀਡ ਇਹ ਕੌਨਸਟੀਟਿਊਸ਼ਨ ਰਿਕਵਾਇਰਡ ਹੈ। ਸਾਨੂੰ ਇੱਕ ਬੁੱਕ ਲਿਖਣੀ ਪੈਣੀ ਹੈ ਜਿਸ ਦੇ ਕੋਲ ਇੱਕ ਪੂਰਾ ਸਿਸਟਮ ਬਣਾਉਣਾ ਪੈਣਾ। ਜਿਵੇਂ ਇਹ ਬ੍ਰਿਟਿਸ਼ ਸੰਭਾਲ ਲਏ ਸੀ ਉਵੇਂ ਸਾਡੇ ਲੋਕ ਸੰਭਾਲਣਗੇ, ਸਾਡੀ ਆਰਮੀ ਹੋਏਗੀ, ਸਾਡਾ ਸਿਸਟਮ ਹੋਊਗਾ, ਸਾਡੇ ਮੰਤਰੀ ਹੋਣਗੇ, ਉਹ ਸਾਰੇ ਚੱਲਣਗੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ। ਇੱਕ ਬੁੱਕ ਲਿਖੀ ਜਾਊਗੀ, ਠੀਕ ਹੈ ਜੀ। ਉਹ ਬੁੱਕ ਲਿਖਣ ਵਾਸਤੇ ਤੁਹਾਨੂੰ ਇੱਕ ਅਸੈਂਬਲੀ ਬਣਾਉਣੀ ਪੈਣੀ ਹੈ ਜਿਸ ਦੇ ਵਿੱਚ ਲੋਕ ਆਉਣਗੇ, ਉਹ ਬੈਠ ਕੇ ਸਾਡੇ ਦੇਸ਼ ਦਾ ਸੰਵਿਧਾਨ ਬਣਾਉਣਗੇ ਉਸ ਦੇ ਅਕੋਰਡਿੰਗ, ਠੀਕ ਹੈ ਜੀ। ਐਜ਼ ਸੁਜੈਸਟਿਡ ਬਾਏ ਦੀ ਐਮ.ਐਨ. ਰੋਏ। ਇਹ ਜਿਹੜੀ ਕੌਨਸਟੀਟਿਊਸ਼ਨ ਹੁਣ ਬਣਾਵਾਂਗੇ, ਲਿਖਾਂਗੇ, ਕਿੱਥੇ ਬੈਠ ਕੇ ਲਿਖਣਾ ਹੈ? ਇਹ ਲਿਖਣ ਵਾਸਤੇ ਐਮ.ਐਨ. ਰੋਏ ਨੇ ਕਿਹਾ ਸੀਗਾ ਵੀ ਅੰਗਰੇਜ਼ਾਂ ਤੋਂ ਪਹਿਲਾਂ ਤੁਸੀਂ ਕੌਨਸਟੀਟਿਊਸ਼ਨ ਅਸੈਂਬਲੀ ਦੀ ਮੰਗ ਕਰੋ। ਅਤੇ ਐਮ.ਐਨ. ਰੋਏ ਪਹਿਲਾ ਪਰਸਨ ਸੀਗਾ ਜਿਹੜਾ ਪੋਇਨੀਅਰ ਸੀਗਾ, ਮੇਨ ਪਰਸਨ ਸੀਗਾ ਕਮਿਊਨਿਸਟ ਪਾਰਟੀ ਦਾ ਮੇਨ ਪ੍ਰਧਾਨ ਸੀਗਾ। ਉਹਨੇ ਇਹ ਦੱਸਿਆ ਸੀਗਾ, ਐਡਵੋਕੇਟ ਸੀਗਾ ਰੈਡੀਕਲ ਡੈਮੋਕ੍ਰੇਟਿਜ਼ਮ ਦਾ, ਠੀਕ ਹੈ ਜੀ। ਇਹਨੇ ਪਹਿਲੀ ਵਾਰੀ ਆਈਡੀਆ ਦਿੱਤਾ ਸੀਗਾ ਕਿਦਾ ਜੀ 1934 ਦੇ ਵਿੱਚ ਵੀ ਕੌਨਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੈਠ ਕੇ ਅਸੀਂ ਆਪਣਾ ਕੌਨਸਟੀਟਿਊਸ਼ਨ ਫਰੇਮ ਕਰਾਂਗੇ। ਇਹ ਜਿਹੜੀ ਕੌਨਸਟੀਟਿਊਸ਼ਨ ਅਸੈਂਬਲੀ ਜਿਹੜੀ ਹੈ ਇਹ 1946 ਦੇ ਵਿੱਚ ਸਾਡੇ ਤੋਂ ਅੰਗਰੇਜ਼ ਮੰਨ ਜਾਂਦੇ ਹੈ। ਕਾਫੀ ਇਸ ਤੋਂ ਪਹਿਲਾਂ ਇਨਵੈਂਟ ਹੁੰਦੇ ਨੇ, ਕੈਬਨਿਟ ਮਿਸ਼ਨ ਆਉਂਦਾ, ਫਲਾਣਾ ਬਹੁਤ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਉਹਨੂੰ ਆਪਾਂ ਹੋਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਆਉਣ ਵਾਲੇ ਚੈਪਟਰਾਂ ਦੇ ਵਿੱਚ, ਠੀਕ ਹੈ ਜੀ। ਅਤੇ 46 ਨੂੰ ਜਦੋਂ ਕੈਬਨਿਟ ਮਿਸ਼ਨ ਦੀ ਮਨਜ਼ੂਰੀ ਮਿਲਦੀ ਹੈ, ਸਾਡੀ ਅਸੈਂਬਲੀ ਬਣ ਜਾਂਦੀ ਹੈ। ਉਸ ਤੋਂ ਬਾਅਦ 3 ਸਾਲਾਂ ਦੇ ਵਿੱਚ ਅਸੀਂ ਆਪਣਾ ਕੌਨਸਟੀਟਿਊਸ਼ਨ 2 ਸਾਲ 11 ਮਹੀਨੇ 18 ਦਿਨ ਲਾ ਕੇ ਆਪਾਂ ਆਪਣਾ ਕੌਨਸਟੀਟਿਊਸ਼ਨ ਬਣਾਉਣੇ ਆ। ਕੌਨਸਟੀਟਿਊਸ਼ਨ ਬਣਾ ਕੇ ਫਿਰ ਆਪਾਂ ਉਸ ਦੇ ਜਿਹੜੇ ਫੀਚਰ ਸੀਗੇ, ਨਵੇਂ ਜਿਹੜੇ ਫੀਚਰ ਕੌਨਸਟੀਟਿਊਸ਼ਨ ਦੇ ਵਿੱਚ ਪਾਏ ਸੀ, ਇਹ ਇੰਡੀਆ ਦੀ ਕੌਨਸਟੀਟਿਊਸ਼ਨ ਦੇ ਵਿੱਚ ਫਿਰ ਐਜ਼ ਇੱਕ ਪੋਲਿਟੀ ਜਿਹੜੀ ਕੌਨਸਟੀਟਿਊਸ਼ਨ ਜਿਹੜਾ ਆਪਣਾ ਤਿਆਰ ਹੁੰਦਾ ਹੈ। ਅਤੇ ਇਹਦੀਆਂ ਜਿਹੜੀਆਂ ਜੜ੍ਹਾਂ ਸੀ, ਜਿਹੜੇ ਇਹਦੇ ਰੂਟ ਸੀਗੇ, ਉਹ ਬ੍ਰਿਟਿਸ਼ ਦੇ ਵਿੱਚ ਜਿਹੜੇ 200 ਸਾਲਾਂ ਦੇ ਵਿੱਚ ਜਿਹੜਾ ਇਹਨੇ ਸਿਸਟਮ ਸਾਰਾ ਕੀਤਾ ਸੀਗਾ ਉਹ ਸੀਗਾ। ਕਿਉਂਕਿ ਇਹਦੀ ਜਿਹੜੀ ਸਾਡੇ ਕੌਨਸਟੀਟਿਊਸ਼ਨ ਦੀ ਜਿਹੜੀ ਨੀਂਹ ਪਈ ਹੈ ਉਹ ਬ੍ਰਿਟਿਸ਼ ਜਿਹੜੇ ਇੰਡੀਆ ਦੇ ਵਿੱਚ ਆਏ ਸੀ 1600 ਸ਼ਤਾਬਦੀ ਦੇ ਵਿੱਚ, ਉਸ ਟਾਈਮ ਦੇ ਵਿੱਚ ਇਹਨਾਂ ਨੇ ਆ ਕੇ ਈਸਟ ਇੰਡੀਆ ਕੰਪਨੀ ਨੂੰ, ਪਹਿਲਾਂ ਤਾਂ ਈਸਟ ਇੰਡੀਆ ਕੰਪਨੀ ਸਾਡੇ 'ਤੇ ਰੂਲ ਕਰਦੀ ਹੈ 100 ਸਾਲ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਡਾਇਰੈਕਟ ਰਿਸਪੋਂਸੀਬਿਲਿਟੀ ਕਰ ਲੈਂਦੀ ਹੈ ਬ੍ਰਿਟਿਸ਼ ਕਰਾਊਨ। ਉਹ 100 ਸਾਲ ਵਾਸਤੇ ਈਸਟ ਇੰਡੀਆ ਕੰਪਨੀ ਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਕਾਫੀ ਰੂਲ ਬਣਾਏ ਸੀਗੇ ਤਾਂ ਕਿ ਈਸਟ ਇੰਡੀਆ ਕੰਪਨੀ ਨੂੰ, ਕਿਉਂਕਿ ਪਹਿਲੇ ਤਾਂ ਇਹਨਾਂ ਨੂੰ ਭੇਜਿਆ ਕਿ ਤੁਸੀਂ ਪਾਵਰ ਅਕਵਾਇਰ ਕਰ ਲਓ ਲੋਕਾਂ ਤੋਂ। ਫਿਰ ਇਹਨਾਂ ਨੇ ਜਦੋਂ ਕੰਪਨੀ ਨੇ ਪ੍ਰੋਫਿਟ ਵੀ ਕਮਾਇਆ, ਪਾਵਰ ਆਪਣੇ ਹੱਥਾਂ ਦੇ ਵਿੱਚ ਲੈ ਲਈ, ਲੋਕਲ ਰੂਲਰਸ ਨੂੰ ਹਰਾ ਕੇ ਪੂਰਾ ਇੰਡੀਆ ਜਿੱਤ ਲਿਆ। ਫਿਰ ਇਹ ਕਿਉਂਕਿ ਇਹਨਾਂ ਨੂੰ ਇੱਕ ਰਾਈਟ ਸੀਗਾ, ਬ੍ਰਿਟੇਨ ਦੇ ਵਿੱਚ ਡੈਮੋਕ੍ਰੇਸੀ ਹੈ, ਉਹ ਮੋਨਾਰਕੀ ਸੀਗੀ, ਉੱਥੇ ਇਹਨਾਂ ਨੂੰ ਰਾਈਟ ਦਿੱਤਾ ਗਿਆ ਸੀਗਾ। ਹੁਣ ਇਹ ਪਾਵਰ ਇਹਨਾਂ ਤੋਂ ਡਾਇਰੈਕਟ ਕਿਵੇਂ ਕਵਰ ਕਰਨੀ ਸੀ, ਉਹ ਇਹ ਹੱਥਾਂ ਦੇ ਵਿੱਚ ਜਾਣੀ ਸੀ ਬ੍ਰਿਟਿਸ਼ ਕਰਾਊਨ ਦੇ ਵਿੱਚ। ਜੇ ਇੱਦਾਂ ਹੀ ਇਹਨਾਂ ਨੂੰ ਈਸਟ ਇੰਡੀਆ ਕੰਪਨੀ ਨੂੰ ਖ਼ਤਮ ਕਰ ਦਿੰਦੇ ਫਿਰ ਤਾਂ ਸਿੱਧਾ ਮਤਲਬ ਇਸ਼ੂ ਬਣ ਸਕਦਾ ਸੀ ਵੱਡਾ ਇੰਗਲੈਂਡ ਦੇ ਵਿੱਚ, ਅਤੇ ਪ੍ਰੋਬਲਮ ਆ ਸਕਦੀ ਸੀ। ਫਿਰ ਇਹਨਾਂ ਨੇ ਹੌਲੀ ਈਸਟ ਇੰਡੀਆ ਕੰਪਨੀ ਨੂੰ ਕੰਟਰੋਲ ਕਰਨ ਵਾਸਤੇ ਕਾਫੀ ਰੂਲ ਜਿਹੜੇ ਬਣਾਏ ਸੀਗੇ, ਜਿਸ ਦੇ ਕਾਰਨ ਈਸਟ ਇੰਡੀਆ ਕੰਪਨੀ ਤੋਂ ਪਾਵਰ ਹੌਲੀ ਕਿਵੇਂ ਟਰਾਂਸਫਰ ਹੋ ਗਈ
ਤੇ ਉਹ ਜਿਹੜੀ ਪਾਵਰ ਟਰਾਂਸਫਰ ਹੋ ਕੇ ਬ੍ਰਿਟਿਸ਼ ਗੌਰਮੈਂਟ ਦੇ ਕੋਲ ਚਲੀ ਗਈ ਤੇ ਬ੍ਰਿਟਿਸ਼ ਗੌਰਮੈਂਟ ਨੇ ਫਿਰ ਸਾਨੂੰ ਇਹ ਪਾਵਰ 100 ਸਾਲਾਂ ਦੇ ਬਾਅਦ ਜਿਹੜਾ ਰੂਲ ਕਰਨ ਤੋਂ ਬਾਅਦ ਸਾਨੂੰ ਟਰੈਵਲ ਸਾਡੇ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਪਾਵਰ ਦਿੱਤੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰਦੇ ਹਾਂ ਜੀ, there are certain events British rule laid down the legal framework। ਹੁਣ ਜਿਹੜਾ ਲੀਗਲ ਫਰੇਮਵਰਕ ਹੈ ਸਾਡੇ ਕੌਨਸਟੀਟਿਊਸ਼ਨ ਦਾ ਜਿਹੜਾ ਸਟਰਕਚਰ ਹੈ, ਜਿਹੜਾ ਆਰਗੇਨਾਈਜ਼ਿੰਗ ਜਿਹੜਾ ਫੰਕਸ਼ਨ ਜਿੱਦਾਂ ਗੌਰਮੈਂਟ ਕਰੂਗੀ, ਐਡਮਿਨਿਸਟ੍ਰੇਸ਼ਨ ਕਰੇਗੀ ਬ੍ਰਿਟਿਸ਼, ਇਹ ਬ੍ਰਿਟਿਸ਼ ਟਾਈਮ ਦੇ ਵਿੱਚ ਸਾਨੂੰ ਸਿਖਾਇਆ ਹੈ, ਬ੍ਰਿਟਿਸ਼ ਨੇ ਸਿਖਾਇਆ 200 ਸਾਲਾਂ ਦੇ ਵਿੱਚ ਕਿ ਤੁਸੀਂ ਇੱਦਾਂ ਗਵਰਨਰ ਲਗਾਉਣਾ ਹੈ, ਇੱਦਾਂ ਡੀਸੀ ਲਗਾਉਣਾ ਹੈ, ਇੱਦਾਂ ਤਹਿਸੀਲਦਾਰ ਲੱਗੂਗਾ, ਇੱਦਾਂ ਪੁਲਿਸ ਆਫੀਸਰ ਲੱਗਣਗੇ, ਇੱਦਾਂ ਕੰਟਰੋਲ ਕਰਨਾ ਹੁੰਦਾ ਹੈ, ਜਿਹਦੇ ਕੋਈ ਵਿਦਰੋਹ ਹੋ ਜਾਂਦਾ ਇੱਦਾਂ ਲਾਅ ਪਾਸ ਕਰਨਾ ਹੈ, ਇੱਦਾਂ ਤੁਸੀਂ ਕੁਐਸਚਨ ਪੁੱਛ ਸਕਦੇ ਹੋ, ਇੱਦਾਂ ਤੁਸੀਂ ਬਜਟ ਬਣਾ ਸਕਦੇ ਹੋ। ਇਹ ਸਾਰਾ 200 ਸਾਲਾਂ ਦੇ ਵਿੱਚ ਸਾਡੇ ਲੀਡਰਾਂ ਨੂੰ ਸਿਖਾਇਆ ਗਿਆ ਸੀਗਾ। ਇਹ ਕੋਈ ਪਹਿਲੇ ਨਹੀਂ ਸਿੱਖੇ ਸੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੀ ਮੋਨਾਰਕੀ ਸੀਗੀ। ਠੀਕ ਹੈ ਜੀ। ਹੁਣ ਮੋਨਾਰਕੀ ਤੋਂ ਡੈਮੋਕ੍ਰੇਸੀ ਦੇ ਵਿੱਚ ਆਏ ਹਾਂ ਤਾਂ ਡੈਮੋਕ੍ਰੇਸੀ ਬ੍ਰਿਟਿਸ਼ ਨੇ ਸਾਨੂੰ ਸਿਖਾਈ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੀਜ਼ ਇਵੈਂਟ ਹੈ ਦੀ ਗ੍ਰੇਟ ਇਨਫਲੂਐਂਸ ਆਵਰ ਕੌਨਸਟੀਟਿਊਸ਼ਨ ਇਨ ਪੋਲਿਟੀ ਦੀ ਐਕਸਪਲੇਨਡ ਇਨ ਦੀ ਵੇਰੀਅਸ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਤੇ ਆਈ ਹੋਪ ਕਿ ਤੁਹਾਨੂੰ ਇਹ ਸਾਰਾ ਮੈਂ ਜਿਹੜਾ ਦੱਸਿਆ ਤੁਹਾਨੂੰ ਸਾਰਾ ਸਮਝ ਆ ਗਿਆ ਹੋਵੇਗਾ। ਤੇ ਉਸ ਤੋਂ ਬਾਅਦ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ। ਤੇ ਕੰਪਨੀ ਦੇ ਰੂਲ ਨੂੰ ਆਪਾਂ ਸਮਝ ਲੈਂਦੇ ਹਾਂ। ਕੰਪਨੀ ਦਾ ਮੈਂ ਦੱਸਿਆ ਸੀ, ਕੰਪਨੀ ਦਾ ਜਿਹੜਾ ਈਸਟ ਇੰਡੀਆ ਕੰਪਨੀ ਸੀਗੀ, ਈਸਟ ਇੰਡੀਆ ਕੰਪਨੀ ਨੇ ਸਾਡੇ ਦੇਸ਼ ਦੇ ਉੱਪਰ 100 ਸਾਲ ਰਾਜ ਕੀਤਾ ਹੈ ਐਜ਼ ਏ, ਜਦੋਂ ਇਹ ਟਰੇਡਰ ਬਣ ਕੇ ਆਏ ਸੀਗੇ 1600 ਤੋਂ ਬਾਅਦ, ਜਦੋਂ ਇਹਨਾਂ ਨੂੰ ਦੀਵਾਨੀ ਰਾਈਟ ਮਿਲਦੇ ਨੇ, ਦੀਵਾਨੀ ਰਾਈਟਸ ਮਿਲਦੇ ਨੇ, ਉਸ ਤੋਂ ਬਾਅਦ ਦਾ 100 ਸਾਲ ਆਪਾਂ ਗਿਣ ਰਹੇ ਹਾਂ, ਕਿਉਂਕਿ 1765 ਦੀ ਲੜਾਈ ਹੁੰਦੀ ਹੈ। 1765 ਤੋਂ ਬਾਅਦ ਇਹ 1858 ਤੱਕ ਲਗਭਗ 100 ਸਾਲ, ਜਿਹੜਾ 90 ਸਾਲ ਜਿੰਨੇ ਵੀ ਬਚਦੇ ਹੈ, ਇਹ ਤੱਕ ਈਸਟ ਇੰਡੀਆ ਕੰਪਨੀ ਨੇ ਬਹੁਤ ਹੀ ਘਮਾਸਾਨ ਕੀਤਾ ਸੀ ਇੰਡੀਆ ਦੇ ਜਿਹੜੇ ਲੋਕਾਂ ਦੇ ਨਾਲ। ਇੰਡੀਆ ਦੇ ਲੋਕਾਂ ਨੇ ਆਪਣੇ ਹੱਥ ਤੱਕ ਅੰਗੂਠੇ ਤੱਕ ਕਟਵਾ ਲਏ ਸੀਗੇ। ਇੰਨੀ ਪ੍ਰੋਬਲਮ ਕ੍ਰੀਏਟ ਕੀਤੀ ਗਈ ਸੀ ਈਸਟ ਇੰਡੀਆ ਕੰਪਨੀ ਦੇ ਦੁਆਰਾ, ਕਿਉਂਕਿ ਇਹ ਪ੍ਰਾਈਵੇਟ ਕੰਪਨੀ ਸੀ, ਇਹਨੇ ਪ੍ਰੋਫਿਟ ਹੀ ਕਮਾਉਣਾ ਸੀਗਾ ਇੰਡੀਆ ਦੇ ਵਿੱਚੋਂ। ਤੇ ਇਹ ਪ੍ਰੋਫਿਟ ਕਮਾਉਣਾ ਸੀ, ਇੱਕ ਸਰਕਾਰ ਹੁੰਦੀ ਹੈ, ਇੱਕ ਪ੍ਰਾਈਵੇਟ ਕੰਪਨੀ ਹੁੰਦੀ ਹੈ, ਹਮੇਸ਼ਾ ਹੀ ਉਹ ਖੂਨ ਚੂਸਦੀ ਹੈ। ਤੇ ਲੋਕਾਂ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸੀਗਾ। ਤੇ ਬ੍ਰਿਟਿਸ਼ ਗੌਰਮੈਂਟ ਨੇ ਇਹਨੂੰ ਕੰਟਰੋਲ ਕਰਨ ਵਾਸਤੇ ਹੀ ਕੁਝ ਲਾਅ ਪਾਸ ਕੀਤੇ ਸੀ। ਤੇ ਪਹਿਲਾ ਲਾਅ ਸੀਗਾ ਰੈਗੂਲੇਟਿੰਗ ਐਕਟ। ਰੈਗੂਲੇਟਿੰਗ ਵਰਡ ਤੋਂ ਪਤਾ ਲੱਗ ਰਿਹਾ ਸਾਨੂੰ ਵੀ ਜੀ, ਸਭ ਤੋਂ ਸਿੰਪਲ ਜੀ ਗੱਲ ਹੈ ਕਿ ਰੈਗੂਲੇਟ ਕਰਨਾ। ਕਿਹਨੂੰ ਰੈਗੂਲੇਟ ਕਰੇਗੀ? ਕਿਉਂਕਿ ਉਹਨਾਂ ਦੇ ਵੱਲੋਂ ਤਾਂ ਕੰਪਨੀ ਗਈ ਹੋਈ ਹੈ ਇੰਡੀਆ ਦੇ ਵਿੱਚ, ਤੇ ਇੰਡੀਆ ਦੇ ਵਿੱਚ ਉਹ ਖਰਾਬ ਕਰ ਰਹੀ ਹੈ ਇੰਡੀਆ ਦੇ ਲੋਕਾਂ ਨੂੰ। ਇਹਦੀ ਕਹਿੰਦੇ ਗੁਪਤ ਰਿਪੋਰਟਾਂ ਪਹੁੰਚ ਗਈਆਂ ਉੱਪਰ, ਤੇ ਇਸ ਦੇ ਕਾਰਨ ਬ੍ਰਿਟਿਸ਼ ਜਿਹੜੇ ਕਰਾਊਨ ਸੀਗੇ ਉਹਨਾਂ ਨੇ ਇਹਨੂੰ ਕੰਟਰੋਲ ਕਰਨ ਵਾਸਤੇ ਫਿਰ ਕੁਝ ਲਾਅ ਪਾਸ ਕੀਤਾ ਸੀਗਾ। ਤਾਂ ਪਹਿਲਾ ਲਾਅ ਆਪਾਂ ਇਸ਼ੂ ਦੇਖ ਰਹੇ ਹਾਂ, 1773 ਵਾਲਾ ਲਾਅ ਹੈ ਜੀ, ਗ੍ਰੇਟ ਕੌਨਸਟੀਟਿਊਸ਼ਨਲ ਇੰਪੋਰਟੈਂਸ। ਇਸ ਤੋਂ ਪਹਿਲਾਂ ਇਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਕਿ ਜਦੋਂ, ਕਿਉਂਕਿ ਇਹ ਤਾਂ 1600 ਦੇ ਵਿੱਚ ਇੰਡੀਆ ਦੇ ਵਿੱਚ ਆਏ ਸੀ, ਤੇ 1765 ਦੇ ਵਿੱਚ ਇਹਨਾਂ ਨੂੰ ਜਾ ਕੇ ਬ੍ਰਿਟਿਸ਼ ਕਰਾਊਨ ਨੂੰ ਪਤਾ ਲੱਗਿਆ ਕਿ ਹਾਂ ਹੁਣ ਇੰਡੀਆ ਦੇ ਵਿੱਚ ਕੁਝ ਜ਼ਮੀਨ ਸਾਡੇ ਕੰਪਨੀ ਨੇ ਜਿੱਤ ਲਈ ਹੈ। ਤੇ ਇਹ 8-9 ਸਾਲਾਂ ਦੇ ਵਿੱਚ ਇੰਨਾ ਕੁ ਧੱਕਾ ਕਰਦੀ ਹੈ ਇਸ ਲਾਅ ਬਣਨ ਤੋਂ ਪਹਿਲਾਂ ਕਿ ਕੁਝ ਰਿਪੋਰਟਾਂ ਬ੍ਰਿਟਿਸ਼ ਕਰਾਊਨ ਦੇ ਕੋਲ ਪਹੁੰਚ ਜਾਂਦੀਆਂ ਨੇ। ਤੇ ਇਹਦੇ ਵਿੱਚ ਫਿਰ ਕੀ ਕਰਦੇ ਨੇ ਵੀ ਇਹਨਾਂ ਨੇ ਇੱਕ ਕੰਪਨੀ ਨੂੰ ਕੰਟਰੋਲ ਕਰਨ ਵਾਸਤੇ, ਫਿਰ ਪਹਿਲੇ ਇਹਨਾਂ ਨੂੰ ਪਤਾ ਨਹੀਂ ਸੀਗਾ, ਜਦੋਂ ਇਹਨਾਂ ਨੇ ਫਸਟ ਲਾਅ ਕਿਉਂਕਿ ਬਣਾਇਆ ਕਿ ਰੈਗੂਲੇਟ ਕਿੱਦਾਂ ਕਰੀਏ, ਹੁਣ ਰੈਗੂਲੇਟ ਕਰਨਗੇ ਤਾਂ ਪਹਿਲਾਂ ਜਿਹੜਾ ਲਾਅ ਬਣਾਇਆ ਧਿਆਨ ਦੇ ਵਿੱਚ ਰੱਖਣ ਵਾਸਤੇ, ਤੇ ਇਹਦੇ ਵਾਸਤੇ ਤਾਂ ਇੰਡੀਆ ਦੇ ਵਿੱਚ ਕੀ ਹੋ ਗਿਆ ਇਹ ਕਿ ਪਹਿਲਾ ਲਾਅ ਕਿੱਦਾਂ ਬਣਾਉਂਦਾ ਹੈ, ਕਿਸੇ ਕੰਪਨੀ ਨੂੰ ਕਿਵੇਂ ਕੰਟਰੋਲ ਕਰਨਾ ਹੈ। ਤਾਂ ਇਹ ਇੱਕ ਕੀ ਸੀਗਾ ਜੀ, ਗ੍ਰੇਟ ਇੰਪੋਰਟੈਂਸ ਸਟੈਪ ਸੀਗਾ ਇੰਡੀਆ ਦੇ ਵਾਸਤੇ ਤੇ ਬ੍ਰਿਟਿਸ਼ ਵਾਸਤੇ। ਠੀਕ ਹੈ ਜੀ। ਉਸ ਤੋਂ ਬਾਅਦ it was the first step taken by the British government to control and regulate affairs of the East India Company in India। ਰੈਗੂਲੇਟ ਅਫੇਅਰਸ ਜਿਹੜੇ ਵੀ ਹੁਣ ਸਾਰੇ ਕੰਮਕਾਰਾਂ ਦੇ ਉੱਪਰ ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਕਰ ਰਹੀ ਸੀ, ਉਹਨਾਂ ਦੇ ਜਿੰਨੇ ਵੀ ਅਫੇਅਰ ਸੀਗੇ, ਜਿੰਨੇ ਵੀ ਜੋ ਵੀ ਇਹ ਕਰਦੇ ਪਏ ਸੀ, ਭਾਵੇਂ ਉਹ ਜਸਟਿਸ ਕਰਦੇ ਸੀ, ਦੀਵਾਨੀ ਕਰਦੇ, ਜੋ ਵੀ ਕਰ ਰਹੇ ਸੀ, ਸਾਰਿਆਂ ਦੇ ਉੱਪਰ ਕੰਟਰੋਲ ਕਰਨਾ ਹੁਣ ਬ੍ਰਿਟਿਸ਼ ਕਰਾਊਨ ਨੇ ਸਟਾਰਟ ਕੀਤਾ। ਹੁਣ ਯਾਦ ਰੱਖਿਆ ਜੇ, ਹੁਣ ਜਦੋਂ ਜ਼ਮੀਨ ਜਿੱਤਦੇ ਆ ਇੱਕ ਪਾਸੇ ਤੇ ਇਹ ਸਾਰੀ ਜ਼ਮੀਨ ਜਿੱਤਣਗੇ ਤਾਂ ਸਾਰਾ ਪਾਵਰ ਕਿਹਦੇ ਹੱਥ ਦੇ ਵਿੱਚ ਚਲੀ ਜਾਏਗੀ? ਈਸਟ ਇੰਡੀਆ ਕੰਪਨੀ ਦੇ ਹੱਥ ਦੇ ਵਿੱਚ। ਉਸ ਤੋਂ ਆਪਾਂ ਬੋਲਾਂਗੇ, ਉਸ ਨੂੰ ਆਪਾਂ ਬੋਲਦੇ ਹਾਂ ਜੀ ਈਸਟ ਇੰਡੀਆ ਕੰਪਨੀ ਦੇ ਹੱਥ ਵਿੱਚ ਜਾਏਗੀ ਤੇ ਪਾਵਰ। ਉਸ ਤੋਂ ਬਾਅਦ ਜਿਹੜੀ ਪਾਵਰ ਹੈ ਇਹ ਕਰਾਊਨ ਦੇ ਕੋਲ ਜਾਊਗੀ। ਤੇ ਕਹਿੰਦੇ ਨੇ ਇੱਕ ਹੁੰਦਾ ਜੀ ਸੈਂਟਰਲਾਈਜੇਸ਼ਨ ਕਰਨਾ। ਪਹਿਲਾਂ ਇਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਭੇਜ ਕੇ ਕੀ ਕੀਤਾ ਜੀ, ਪੂਰੇ ਜਿਹੜੇ ਇੰਡੀਆ ਸੀਗਾ, ਕਿਉਂਕਿ ਜਦੋਂ ਔਰੰਗਜ਼ੇਬ ਦੀ ਡੈਥ ਹੁੰਦੀ ਹੈ ਤਾਂ ਲਗਭਗ ਇੰਡੀਆ 20 ਭਾਗਾਂ 'ਤੇ ਡਿਵਾਈਡ ਸੀਗਾ ਰਾਜਿਆਂ ਦੇ ਵਿੱਚ। ਉਹਨਾਂ ਸਾਰੇ ਰਾਜਿਆਂ ਨੂੰ ਈਸਟ ਇੰਡੀਆ ਕੰਪਨੀ ਨੇ ਹਰਾਇਆ ਤੇ ਸਾਰੀ ਪਾਵਰ ਕਰ ਲਈ ਆਪਣੇ ਹੱਥ ਦੇ ਵਿੱਚ। ਤੇ ਉਹੀ ਪਾਵਰ ਜਿਹੜੀ ਪਾਵਰ ਸੀ ਉਹਨੂੰ ਆਪਾਂ ਬੋਲਦੇ ਹਾਂ ਸੈਂਟਰਲਾਈਜੇਸ਼ਨ ਕਰਨਾ। ਸੈਂਟਰਲਾਈਜੇਸ਼ਨ ਕਰਨਾ ਵੀ ਮੇਨ ਪਾਵਰ ਕੌਣ ਹੈ? ਬ੍ਰਿਟਿਸ਼ ਹੈਗੇ ਆ, ਤੁਸੀਂ ਨਹੀਂ ਹੈਗੇ ਹੋ, ਲੋਕਲ ਰੂਲਰਸ 'ਤੇ ਪਾਵਰ ਨਹੀਂ ਹੈਗੀ ਹੈ। ਠੀਕ ਹੈ ਜੀ। ਤੇ ਉਸ ਤੋਂ ਇਹੀ ਪਾਵਰ ਫਿਰ ਕੰਪਨੀ ਤੋਂ ਕਿਹਨਾਂ ਨੇ ਖੋਲੀ? ਫਿਰ ਬ੍ਰਿਟਿਸ਼ ਗੌਰਮੈਂਟ ਨੇ ਖੋਲੀ।
ਤੇ ਬ੍ਰਿਟਿਸ਼ ਗਵਰਨਮੈਂਟ ਨੇ ਬਾਅਦ ਦੇ ਵਿੱਚ ਫਿਰ ਇੱਥੇ ਇੰਡੀਆ ਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਡਿਵਾਈਡ ਕਰਕੇ ਉਹਨੂੰ ਐਜ਼ ਏ ਪੁਲਿਸ ਸਟਰਕਚਰ ਦੇ ਨਾਲ ਡੀਸੀ ਗਵਰਨਰਸ ਦੇ ਥਰੂ ਇਹਨੂੰ ਸੰਭਾਲਣਾ ਸਟਾਰਟ ਕੀਤਾ। ਉਸ ਤੋਂ ਬਾਅਦ ਈਜ਼ੀ ਕਰਨ ਵਾਸਤੇ ਉਹਨੂੰ ਆਪਾਂ ਬੋਲਦੇ ਹਾਂ, ਜਦੋਂ ਪਾਵਰ ਛੋਟੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਆਪਣੇ ਅੰਡਰ ਰਹਿ ਕੇ, ਜਿਹੜੇ ਆਪਣਾ ਰੂਲ ਕਰਦੇ ਨੇ ਤੇ ਆਪਾਂ ਨੂੰ ਟੈਕਸ ਭੇਜਦੇ ਨੇ, ਉਸ ਨੂੰ ਆਪਾਂ ਬੋਲਦੇ ਹਾਂ ਡੀਸੈਂਟਰਲਾਈਜੇਸ਼ਨ ਕਰਨਾ। ਤਾਂ ਦੋ ਵਰਡ ਤੁਹਾਨੂੰ ਸਮਝ ਆ ਗਏ ਹੋਣੇ, ਇੱਕ ਸੈਂਟਰਲਾਈਜੇਸ਼ਨ ਕਰਨਾ, ਇੱਕ ਡੀਸੈਂਟਰਲਾਈਜੇਸ਼ਨ ਕਰਨਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਟ ਲੇ ਡਾਊਨ ਦੀ ਫਾਊਂਡੇਸ਼ਨ ਆਫ ਦਾ ਸੈਂਟਰਲ ਐਡਮਿਨਿਸਟ੍ਰੇਸ਼ਨ ਇਨ ਇੰਡੀਆ। ਇਹ ਪਹਿਲਾ ਸਟੈਪ ਸੀਗਾ ਜਿਹੜਾ ਸੈਂਟਰਲਾਈਜੇਸ਼ਨ, ਪਾਵਰ ਨੂੰ ਸੈਂਟਰਲਾਈਜੇਸ਼ਨ ਕਰਨ ਵਾਸਤੇ ਇਹ ਪਹਿਲਾ ਕਦਮ ਉਠਾਇਆ ਗਿਆ ਸੀਗਾ, ਕਿਉਂਕਿ ਪਾਵਰ ਤਾਂ ਕਿਹਦੇ ਕੋਲ ਆ ਚੁੱਕੀ ਸੀ, ਬ੍ਰਿਟਿਸ਼ ਕੋਲ ਆ ਚੁੱਕੀ ਸੀ, ਈਸਟ ਇੰਡੀਆ ਕੰਪਨੀ ਕੋਲ, ਉਹਨੂੰ ਆਪਣੇ ਹੱਥ ਦੇ ਵਿੱਚ ਲੈਣ ਵਾਸਤੇ ਇਹ ਪਹਿਲਾ ਕਦਮ ਉਠਾਇਆ ਗਿਆ ਸੀਗਾ। ਹੁਣ ਇਹਦੇ ਫੀਚਰ ਕੀ ਸੀਗੇ? ਇਟ ਡੈਜ਼ਿਗਨੇਟਿਡ, ਹੁਣ ਤੁਹਾਨੂੰ ਪਤਾ ਸੀ ਇੰਡੀਆ ਦੇ ਵਿੱਚ ਜਦੋਂ ਆਉਂਦੇ ਆ ਤਾਂ 3 ਇਹਨਾਂ ਦੀ ਪ੍ਰੈਜ਼ੀਡੈਂਸੀਆਂ ਬਣਦੀਆਂ ਨੇ, ਇੱਕ ਬਣਦੀ ਹੈ ਬੰਬੇ, ਇੱਕ ਬਣਦੀ ਹੈ ਮਦਰਾਸ, ਇੱਕ ਬਣਦੀ ਹੈ ਕੋਲਕਾਤਾ। ਹੁਣ ਤਿੰਨਾਂ ਦੇ ਵਿੱਚ ਇੱਥੇ ਪ੍ਰੈਜ਼ੀਡੈਂਸੀਆਂ ਦੇ ਵਿੱਚ ਗਵਰਨਰ ਹੈਗਾ, ਠੀਕ ਹੈ ਜੀ। ਹੁਣ ਇਹਨਾਂ ਨੇ ਜਦੋਂ ਬੰਗਾਲ ਵਾਲੇ ਪਾਸੇ ਜਿੱਤਣਾ ਸਟਾਰਟ ਕੀਤਾ ਤਾਂ ਬੰਗਾਲ ਵਾਲਾ ਗਵਰਨਰ ਉੱਪਰ ਹੋ ਗਿਆ, ਇਹ ਗਵਰਨਰ ਇੰਨੇ ਖਾਸ ਨਹੀਂ ਹੈਗੇ ਨੇ, ਤੇ ਇਹ ਕੀ ਕੀਤਾ ਜੀ, ਇਹ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਇਸ ਨੂੰ ਗਵਰਨਰ ਜਨਰਲ ਬਣਾਤਾ ਬੰਗਾਲ ਦਾ। ਪਹਿਲੇ ਗਵਰਨਰ ਸੀਗਾ, ਉਸ ਨੂੰ ਫਿਰ ਗਵਰਨਰ ਜਨਰਲ ਵਰਡ ਲਗਾਤਾ, ਮਤਲਬ ਕਿ ਉਹ ਇਹ ਦੋਨੇ ਜਿਹੜੇ ਗਵਰਨਰ ਇਹਦੇ ਅੰਡਰ ਚਲੇ ਗਏ, ਕਿਉਂਕਿ ਇਹ ਸਾਰਾ ਬ੍ਰਿਟਿਸ਼ ਦਾ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਕ੍ਰੀਏਟ ਦੀ ਐਗਜ਼ੀਕਿਊਟਿਵ ਕਾਊਂਸਿਲ ਆਫ ਦਾ 4 ਮੈਂਬਰਸ ਆਫ ਦਾ ਅਸਿਸਟ ਹਿਮ। ਹੁਣ ਇਹ ਗਵਰਨਰ ਜਨਰਲ ਹੈ, ਇਹ ਤਾਂ ਪਹਿਲੇ ਵੀ ਈਸਟ ਇੰਡੀਆ ਕੰਪਨੀ ਦਾ ਬੰਦਾ ਹੈ, ਇਹ ਤਾਂ ਹੁਣ ਬ੍ਰਿਟਿਸ਼ ਗਵਰਨਮੈਂਟ ਨੂੰ ਇਹ ਤਾਂ ਨਹੀਂ ਦੱਸੇਗਾ ਵੀ ਮੈਂ ਕਿੰਨਾ ਪੈਸਾ ਕਮਾਇਆ, ਕਿਵੇਂ ਹੈ ਇਹ। ਇਸ ਨੂੰ ਪੁੱਛਣ ਵਾਸਤੇ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਵੱਲੋਂ 4 ਪਰਸਨ ਭੇਜੇ, ਜਿਹੜੇ ਸੀ ਐਗਜ਼ੀਕਿਊਟਿਵ ਕਾਊਂਸਿਲ। ਇਹ 4 ਮੈਂਬਰ ਸੀ, ਇਹ ਕੀ ਕਰਦੇ ਸੀ, ਗਵਰਨਰ ਤੋਂ ਹਿਸਾਬ ਕਿਤਾਬ ਲੈਂਦੇ ਸੀ ਸਾਰਾ, ਠੀਕ ਹੈ ਜੀ, ਤਾਂ ਕਿ ਗਵਰਨਰ ਆਪਣਾ ਸਿਸਟਮ ਚਲਾ ਸਕੇ, ਕਿਵੇਂ ਚਲਾਵੇ, ਠੀਕ ਹੈ ਜੀ, ਗਵਰਨਰ ਨੂੰ ਸਲਾਹ ਦੇਣਾ। ਤੇ ਫਸਟ ਗਵਰਨਰ ਜਨਰਲ ਇਸੇ ਤਰੀਕੇ ਨਾਲ ਕਿਹੜਾ ਬਣਿਆ ਸੀਗਾ, ਉਹਦਾ ਨਾਮ ਸੀਗਾ ਲਾਰਡ ਵਾਰਨ ਹੈਸਟਿੰਗਸ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਇਟ ਮੇਡ ਦੀ ਗਵਰਨਰ ਆਫ ਦਾ ਬੰਬੇ ਐਂਡ ਮਦਰਾਸ ਪ੍ਰੈਜ਼ੀਡੈਂਸੀ ਸੁਬੋਰਡੀਨੇਟ ਹੁੰਦਾ ਕਿ ਉਹਦੇ ਅੰਡਰ ਕਰ ਦਿੱਤੇ ਗਏ ਸੀ, ਮੇਨ ਗਵਰਨਰ ਜਨਰਲ ਦੇ ਅੰਡਰ, ਵਾਰਨ ਹੈਸਟਿੰਗ ਦੇ ਅੰਡਰ ਕਰਤੇ। ਉਸ ਤੋਂ ਬਾਅਦ ਬੰਗਾਲ ਦੇ ਅਨਲਾਈਕ ਅਰਲੀਅਰ ਵੈਨ ਦੀ 3 ਪ੍ਰੈਜ਼ੀਡੈਂਸੀ ਇੰਡੀਪੈਂਡੈਂਟ ਵਨ ਅਦਰ, ਪਹਿਲਾਂ ਇੰਡੀਪੈਂਡੈਂਟ ਗਵਰਨਰ ਸੀਗੇ ਕਿ ਆਪਣੇ ਡਿਸੀਜ਼ਨ ਆਪਣੀ ਪ੍ਰੈਜ਼ੀਡੈਂਸੀਆਂ ਦੇ ਵਿੱਚ ਲੈਂਦੇ ਸੀ, ਹੁਣ ਇਹ ਬੰਗਾਲ ਦੀ ਮੰਨਣਗੇ, ਜੋ ਬੰਗਾਲ ਦਾ ਗਵਰਨਰ ਕਹੂਗਾ ਉਹਨੂੰ ਮੰਨਣਾ ਪੈਣਾ ਸਾਰਿਆਂ ਨੂੰ, ਠੀਕ ਹੈ ਜੀ। ਇਟ ਪ੍ਰੋਵਾਈਡ ਦਾ ਐਸਟੈਬਲਿਸ਼ਮੈਂਟ ਆਫ ਦਾ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਵਸਾ ਦਿੱਤੀ ਗਈ 1774 ਦੇ ਵਿੱਚ। ਉਸ ਤੋਂ ਬਾਅਦ ਇੱਕ ਚੀਫ ਜਸਟਿਸ ਬਣਾਇਆ ਗਿਆ ਤੇ 3 ਅਦਰ ਜੱਜ, ਠੀਕ ਹੈ ਜੀ। ਲਾਰਡ ਇੰਫੇ ਨਾਮ ਦਾ ਇੱਕ ਚੀਫ ਜੱਜ ਸੀਗਾ। ਉਸ ਤੋਂ ਬਾਅਦ ਲੈਮੈਸਟਰ ਹਾਈਡ ਤੇ ਚੈਂਬਰਸ 3 ਅਦਰ ਜੱਜ ਸੀਗੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਟ prohibited the servants of the company for engaging in any private trade accepting present bribes to the natives। ਹੁਣ ਇਹਨਾਂ ਨੂੰ ਜਿਹੜੇ 4 ਐਗਜ਼ੀਕਿਊਟਿਵ ਸੀਗੇ ਇਹ ਉਹੀ ਧਿਆਨ ਰੱਖਦੇ ਸੀ ਕਿ ਕੱਲ੍ਹ ਨੂੰ ਐਵੇਂ ਨਾ ਹੋਵੇ ਕਿ ਕਿਉਂਕਿ ਹੁਣ ਬ੍ਰਿਟਿਸ਼ ਉਹਨੂੰ ਕੰਟਰੋਲ ਕਰ ਰਿਹਾ, ਉੱਪਰ ਜਾ ਕੇ ਕੰਪਨੀ ਕੰਟਰੋਲ ਕਰ ਰਹੀ ਹੈ, ਕੰਪਨੀ ਤਾਂ ਆਪਣਾ ਟੈਕਸ ਚੋਰੀ ਕਰੇਗੀ। ਟੈਕਸ ਚੋਰੀ ਕਰਨ ਵਾਸਤੇ ਜਿਹੜੇ 4 ਮੈਂਬਰ ਸੀ ਇਹ ਵੇਖਦੇ ਸੀ ਕਿ ਲੋਕਲ ਜਿਹੜੇ ਵਪਾਰੀਆਂ ਨੇ ਉਹਨਾਂ ਤੋਂ ਇਹ ਪੈਸਾ ਨਾ ਲੈਣ, ਕਿਸੇ ਤਰ੍ਹਾਂ ਦੀ ਬਰਾਈਬ ਘੂਸਖੋਰੀ ਵਗੈਰਾ ਨਾ ਲੈਣ, ਉਸ ਦੇ ਵਾਸਤੇ ਇਹਨਾਂ ਨੂੰ ਦੇਖਿਆ ਗਿਆ ਸੀਗਾ, ਠੀਕ ਹੈ ਜੀ, ਪੁੱਛਿਆ ਜਾਂਦਾ ਸੀਗਾ। ਇਟ ਸਟਰੈਂਥਨ ਦੀ ਕੰਟਰੋਲ ਆਫ ਦਾ ਬ੍ਰਿਟਿਸ਼ ਗਵਰਨਮੈਂਟ ਓਵਰ ਦਾ ਕੰਪਨੀ। ਇਹ ਲਾਅ ਪਾਸ ਕਰਨ ਦੇ ਨਾਲ ਕੰਪਨੀ ਦੇ ਉੱਪਰ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਜਿਹੜਾ ਪਾਵਰ ਸੀ, ਕਹਿੰਦੇ ਨਾ ਹੋਲਡ ਬਣ ਗਿਆ ਇੱਕ, ਤੇ ਕਿਉਂਕਿ ਹਰ ਚੀਜ਼ ਦਾ ਇੱਕ ਪੁੱਛਤਾਛ ਹੋ ਰਹੀ ਹੈ, ਕੰਪਨੀ ਨੇ ਕੀ ਕਮਾਇਆ, ਕਿੱਥੇ ਕੰਮ ਕਰ ਰਹੇ ਨੇ, ਕੀ ਪਲੈਨਿੰਗ ਹੈ, ਸਭ ਕੁਛ ਇਹ ਪੁੱਛ ਰਹੇ ਨੇ ਬ੍ਰਿਟਿਸ਼ ਦੇ ਲੋਕ, ਜਿਹੜੇ ਬ੍ਰਿਟਿਸ਼ ਗਵਰਨਮੈਂਟ ਇੰਗਲੈਂਡ ਦੇ ਲੋਕ ਹੈ। ਅੱਛਾ, ਇਸੇ ਤਰ੍ਹਾਂ ਇਹਨੂੰ ਪੁੱਛਣ ਵਾਸਤੇ ਪ੍ਰੋਪਰਲੀ ਤਰੀਕੇ ਦੇ ਨਾਲ ਇੱਕ ਬੋਡੀ ਬਣਾਤੀ ਗਵਰਨਰ ਦੇ ਉੱਪਰ। ਗਵਰਨਰ ਦਾ ਇਹ ਜਿਹੜੀ ਬੋਡੀ ਸੀ ਇਹਨੂੰ ਆਪਾਂ ਬੋਲਦੇ ਹਾਂ ਕੋਰਟ ਆਫ ਡਾਇਰੈਕਟਰ। ਇਹ ਗਵਰਨਿੰਗ ਬੋਡੀ ਸੀ ਕੰਪਨੀ ਦੀ। ਕੰਪਨੀ ਹੁਣ ਕੀ ਕਰੂਗੀ, ਗਵਰਨਰ ਡਿਸਾਈਡ ਨਹੀਂ ਕਰੂਗਾ, ਬ੍ਰਿਟਿਸ਼ ਡਿਸਾਈਡ ਕਰਨਗੇ, ਜਿਹੜੇ ਗਵਰਨਮੈਂਟ ਦੇ ਵਿੱਚ ਬੈਠੇ ਨੇ ਇੰਗਲੈਂਡ ਦੇ ਵਿੱਚ, ਠੀਕ ਹੈ। ਉਹਨਾਂ ਨੇ ਬੋਰਡ ਆਫ ਡਾਇਰੈਕਟਰ ਦੀ ਇੱਕ ਟੀਮ ਭੇਜੀ ਹੈ। ਇਹ ਬੋਡੀ ਕੀ ਕਰੇਗੀ, ਇਹ ਗਵਰਨਰ ਕੰਟਰੋਲ ਕਰੇਗੀ, ਸਭ ਗਵਰਨਰ ਨੂੰ ਕੰਟਰੋਲ ਕਰੇਗੀ, ਕੰਪਨੀ ਦੇ ਅਫੇਅਰ ਨੂੰ ਕੰਟਰੋਲ ਕਰੇਗੀ, ਠੀਕ ਹੈ ਜੀ। ਹੁਣ ਇਹ ਜਿਹੜੀ ਵੀ ਗਵਰਨਰ ਹੈ ਇਹ ਰਿਪੋਰਟ ਦੇਣਗੇ ਡਾਇਰੈਕਟਰਸ ਨੂੰ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਕਿਹੜੀ ਰਿਪੋਰਟ ਹੋਏਗੀ, ਸਿਵਲ ਦੀ, ਰੈਵਨਿਊ ਦੀ, ਮਿਲਟਰੀ ਦੀ, ਕਿ ਤੁਸੀਂ ਇੰਡੀਆ ਦੇ ਵਿੱਚ ਕੀ ਕਰ ਰਹੇ ਹੋ, ਕਿਹੜੇ ਫੀਲਡ ਦੇ ਵਿੱਚ ਕੀ ਕਰਨਾ ਹੈ, ਇਹ ਡਿਸਾਈਡ ਸਾਰੀ ਰਿਪੋਰਟਾਂ ਕਿਹਨੂੰ ਦੇਣੀਆਂ, ਡਾਇਰੈਕਟਰ ਨੂੰ। ਹੁਣ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪ ਸਮਝ ਕੇ ਦੇਖੋ ਕਿ ਬ੍ਰਿਟਿਸ਼ ਗਵਰਨਮੈਂਟ ਹੈ ਉਹਨੇ ਰੂਲ ਐਸਾ ਪਾਸ ਕਰਤਾ ਕਿ ਇੱਕ ਬੋਡੀ ਬਣਾਤੀ ਈਸਟ ਇੰਡੀਆ ਕੰਪਨੀ ਦੇ ਉੱਪਰ, ਇੱਕ ਮਤਲਬ ਇਹ ਮਤਲਬ ਬ੍ਰਿਟਿਸ਼ ਗਵਰਨਮੈਂਟ ਹੈ ਇਹਨੇ ਇੱਕ ਬੋਰਡ ਆਫ ਡਾਇਰੈਕਟਰ ਬਣਾਤਾ, ਬੋਰਡ ਆਫ ਡਾਇਰੈਕਟਰ, ਤੇ ਉਸ ਤੋਂ ਬਾਅਦ ਇੱਕ ਕੰਪਨੀ ਹੈ ਈਸਟ ਇੰਡੀਆ ਕੰਪਨੀ ਦਾ, ਇਹਦੇ ਉੱਪਰ ਕੌਣ ਹੈ, ਇਹਨੂੰ ਗਵਰਨਰ ਚਲਾ ਰਿਹਾ। ਹੁਣ ਇਹ ਜਿਹੜੇ ਡਾਇਰੈਕਟਰ ਨੇ ਇਹ ਸਾਰੀ ਪੁੱਛਗਿੱਛ ਇਹਦੇ ਤੋਂ ਕਰ ਰਹੇ ਨੇ।
ਇਹ ਜਿਹੜੇ ਬੋਰਡ ਆਫ ਡਾਇਰੈਕਟਰ ਹੈ ਇਹ ਸਾਰਾ ਸਲਾਹ ਇਹਨਾਂ ਤੋਂ ਲੈ ਸਕਦੇ ਨੇ, ਪਰ ਇਹ ਕੀ ਹੈ ਇਹਨਾਂ ਤੋਂ ਪੁੱਛਤਾਛ ਨਹੀਂ ਕਰਦੇ ਤੁਸੀਂ ਕਿਉਂ ਪੁੱਛ ਰਹੇ ਹੋ, ਇਹ ਤੁਸੀਂ ਨਹੀਂ ਕਹਿ ਸਕਦੇ। ਤੇ ਇਹੀ ਸਾਰੀ ਰਿਪੋਰਟ ਫਿਰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਰੱਖੀ ਜਾਂਦੀ ਸੀ ਇਹਨਾਂ ਬੋਰਡ ਆਫ ਡਾਇਰੈਕਟਰ ਦੇ ਦੁਆਰਾ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਕੁਛ ਆਪਾਂ ਇਹ ਜਿਹੜਾ ਨੈਕਸਟ ਲਾਅ ਦੇਖ ਲਈਏ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਅਗਲੇ ਲੈਕਚਰ ਦੇ ਵਿੱਚ ਦੇਖਾਂਗੇ। ਪਿਟਸ ਇੰਡੀਆ ਐਕਟ ਦੇ ਵਿੱਚ ਦੇਖੀਏ 1774 ਦੇ ਵਿੱਚ ਇੱਕ ਐਕਟ ਪਾਸ ਹੋਇਆ 10 ਸਾਲ ਬਾਅਦ, ਕਿਉਂਕਿ 10 ਸਾਲ ਬਾਅਦ 73 ਦੇ ਵਿੱਚ ਪਾਸ ਕੀਤਾ, ਵੇਖਿਆ ਗਿਆ ਵੀ ਕਿੰਨਾ ਕੁ ਚੇਂਜ ਆਇਆ, ਕੀ ਹੁਣ ਫਰਕ ਪਿਆ ਹੈ। ਤਾਂ ਪਿਟਸ ਇੰਡੀਆ ਐਕਟ ਦੇ ਵਿੱਚ ਕੀ ਕੀਤਾ ਜੀ, ਇੱਥੋਂ ਪਤਾ ਲੱਗਦਾ ਪਿਟਸ ਕੀ ਬਣਿਆ, ਕਲਾਈਮੇਟ ਪਿਟਸ ਜਿਹੜਾ ਪਰਸਨ ਸੀਗਾ ਇਹ ਸੀਗਾ ਜੀ ਪ੍ਰਧਾਨ ਮੰਤਰੀ ਉੱਥੇ ਦਾ। ਇਹਨੇ ਆਪਣੇ ਨਾਮ ਦੇ ਉੱਪਰ ਕੰਪਨੀ ਨੂੰ ਹੋਰ ਕੰਟਰੋਲ ਕਰਨ ਵਾਸਤੇ ਇੱਕ ਲਾਅ ਬਣਾਇਆ ਕਿ ਜਿਹੜੀ ਕਮੀਆਂ ਹੁਣ ਰੈਗੂਲੇਟਿੰਗ ਐਕਟ ਦੇ ਵਿੱਚ 10 ਸਾਲਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਹ ਕਮੀ ਸੀ ਰੈਗੂਲੇਟਿੰਗ ਐਕਟ ਦੇ ਵਿੱਚ, ਉਸ ਕਮੀ ਨੂੰ ਦੂਰ ਕਰਨ ਵਾਸਤੇ ਪਿਟਸ ਇੰਡੀਆ ਐਕਟ ਆਇਆ। ਜਿਹੜਾ ਇਹ ਦੋ ਤਰ੍ਹਾਂ ਦੇ ਐਕਟ ਆਉਂਦੇ ਨੇ, ਇੱਕ 81 ਦੇ ਵਿੱਚ ਆਊਗਾ, ਇੱਕ 74 ਦੇ ਵਿੱਚ 84 ਦੇ ਵਿੱਚ ਆਊਗਾ। ਠੀਕ ਹੈ ਜੀ, ਤੇ ਜਿਹੜਾ ਐਕਟ ਇਹਨੂੰ ਆਪਾਂ ਜਿਹੜਾ ਪਹਿਲਾ ਜਿਹੜਾ ਪਿਟਸ ਇੰਡੀਆ ਐਕਟ 81 ਵਾਲਾ ਹੈ ਇਹਨੂੰ ਐਕਟ ਆਫ ਸੈਟਲਮੈਂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਐਕਟ ਆਫ ਸੈਟਲਮੈਂਟ ਵੀ ਬੋਲਿਆ ਜਾਂਦਾ। ਵੈਰੀ ਇੰਪੋਰਟੈਂਟ, ਇਹ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ, ਧਿਆਨ ਰੱਖਿਆ ਜੀ। ਉਸ ਤੋਂ ਬਾਅਦ ਫੀਚਰ ਦੀ ਗੱਲ ਕਰੀਏ, ਇਸ ਦੇ ਵੀ ਕੀ ਫੀਚਰ ਸੀਗੇ। ਹੁਣ ਕੀ ਕਰਤਾ ਜੀ, ਜਿਹੜੇ ਕੰਪਨੀ ਦੇ ਜਿਹੜੇ ਬੋਰਡ ਆਫ ਡਾਇਰੈਕਟਰ ਸੀਗੇ ਇਹ ਕਨਫਿਊਜ਼ ਹੋ ਗਏ, ਕਿਉਂਕਿ ਗਵਰਨਰ ਦੀ ਇਹ ਚੱਲਣ ਨਹੀਂ ਦੇ ਰਹੇ ਸੀਗੇ। ਹੁਣ ਗਵਰਨਰ ਦੀ ਜਦੋਂ ਨਹੀਂ ਚੱਲੇਗੀ, ਕਿਉਂਕਿ ਪਹਿਲੇ ਗਵਰਨਰ ਕੀ ਕਰਦਾ ਸੀ, ਜਿਹੜੇ ਜਸਟਿਸ ਵੇਖਣਾ, ਪੋਲੀਟੀਕਲ ਇਸ਼ੂ ਵੇਖਣਾ, ਸਾਰੀ ਪਲੈਨਿੰਗ ਖੁਦ ਬਣਾਉਂਦਾ ਸੀਗਾ। ਹੁਣ ਜਦੋਂ ਇੱਕ ਕਹਿੰਦੇ ਨਾ ਵੀ ਇੱਕ ਕੰਪਨੀ ਦੇ ਉੱਪਰ 2 ਪਰਸਨ ਆ ਜਾਣ ਤੇ ਨਾ ਉਹਦੀ ਚੱਲਦੀ ਹੈ ਤੇ ਨਾ ਉਹਦੀ ਚੱਲਦੀ ਹੈ। ਹੁਣ ਬੋਰਡ ਆਫ ਡਾਇਰੈਕਟਰ ਵਾਲੇ ਸਮਝ ਨਹੀਂ ਪਾ ਰਹੇ ਕਿ ਹੁਣ ਅਸੀਂ ਪਲੈਨਿੰਗ ਕਿਹਦੀ ਕਰੀਏ, ਅਸੀਂ ਰੈਵਨਿਊ ਵੇਖੀਏ, ਉਹ ਪਾਗਲ ਹੋ ਗਏ ਇਸ ਚੀਜ਼ ਦੇ ਸਿਸਟਮ ਦੇ ਵਿੱਚ। ਤਾਂ ਉਹਨਾਂ ਨੇ ਕੀ ਕੀਤਾ ਜੀ, ਹੁਣ ਜਿਹੜੀ ਕਮੀ ਸੀਗੀ ਤੇ ਇਹ ਐਕਟ ਪਾਸ ਕਰਨ ਦੇ ਨਾਲ ਜਿਹੜਾ ਕਮਰਸ਼ੀਅਲ ਫੰਕਸ਼ਨ ਸੀਗੇ, ਜਿਹੜੇ ਕਮਰਸ਼ੀਅਲ ਫੰਕਸ਼ਨ ਸੀਗੇ, ਪੈਸੇ ਦੇ ਲੈਣ ਦੇਣ ਵਾਲਾ ਜਿਹੜਾ ਫੰਕਸ਼ਨ ਸੀਗਾ ਉਹ ਅਲੱਗ, ਸਾਰੇ ਫੰਡੇ ਅਲੱਗ ਕਰ ਦਿੱਤੇ ਗਏ, ਉਹ ਫੰਕਸ਼ਨ ਅਲੱਗ ਕਰਤੀ, ਲਿਸਟ ਬਣਾਤੀ। ਉਸ ਤੋਂ ਬਾਅਦ ਜਿਹੜਾ ਪੋਲੀਟੀਕਲ ਫੰਕਸ਼ਨ ਸੀਗੇ, ਜਿਹੜਾ ਕੰਪਨੀ ਅੱਗੇ ਕਿਸ ਨੂੰ ਕਬਜ਼ਾ ਕਰਨਾ, ਅੱਗੇ ਕਿਹੜੀ ਯੁੱਧ ਕਰਨਾ, ਕਿਸੇ ਦੇ ਨਾਲ ਵਾਰ ਕਰਨੀ ਹੈ, ਜਿਵੇਂ ਇਹਨਾਂ ਨੇ ਬੰਗਾਲ ਜਿੱਤਿਆ, ਉਸ ਤੋਂ ਬਾਅਦ ਹੈਦਰਾਬਾਦ ਵਾਲੇ ਨਿਜ਼ਾਮਾਂ ਦੇ ਕੋਲ ਜਾਣਗੇ, ਮਰਾਠਾ ਨੂੰ ਜਿੱਤਣਗੇ, ਮੈਸੂਰ ਜਿੱਤਣਗੇ, ਇਹ ਪੋਲੀਟੀਕਲ ਕਾਰਨ ਸੀਗੇ ਸਾਰੇ। ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕਰਤਾ। ਅੱਛਾ, ਬੋਰਡ ਆਫ ਡਾਇਰੈਕਟਰ ਇਹ ਕੀ ਕੰਟਰੋਲ ਕਰਨਗੇ, ਕਮਰਸ਼ੀਅਲ ਫੰਕਸ਼ਨ। ਵੀ ਬੋਰਡ ਆਫ ਡਾਇਰੈਕਟਰ ਦਾ ਕੰਮ ਹੈ ਸਿਰਫ ਜਿਹੜੇ ਪੈਸੇ ਦੀ ਲੈਣ ਦੇਣ ਵਾਲਾ ਸਿਸਟਮ ਦੇਖਣਾ ਸਾਰਾ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਨਵੀਂ ਬੋਡੀ ਹੋਰ ਬਣਾਤੀ, ਬੋਰਡ ਆਫ ਕੰਟਰੋਲ। ਬੋਰਡ ਆਫ ਕੰਟਰੋਲ ਡਿਸਾਈਡ ਕਰੂਗਾ ਕਿ ਹੁਣ ਅੱਗੇ ਜਿਹੜਾ ਅਸੀਂ ਵੱਧ ਰਹੇ ਹਾਂ, ਲੋਕ ਜਿਹੜੇ ਅੱਗੇ ਵੱਧ ਰਹੇ ਨੇ, ਜਿਹੜਾ ਕੰਪਨੀ ਹੁਣ ਅੱਗੇ ਕਿਹਦੇ ਨਾਲ ਅਫੇਅਰ, ਪੋਲੀਟੀਕਲ ਅਫੇਅਰ ਕਿਹਦੇ ਨਾਲ ਰੱਖਣਾ। ਹੁਣ ਬੰਗਾਲ ਦੇ ਨਿਜ਼ਾਮ ਸੀਗੇ, ਇਹ ਵੀ ਵਧਣਾ ਚਾਹੁੰਦੇ ਸੀ ਕਿਉਂਕਿ ਬ੍ਰਿਟਿਸ਼ ਵਾਲੇ ਪਾਸੇ, ਤੇ ਹੁਣ ਇਹਨਾਂ ਨੂੰ ਡਰ ਸੀਗਾ ਬੰਗਾਲ ਦੇ ਨਵਾਬਾਂ ਨੂੰ ਕਿਵੇਂ ਹਰਾਈਏ, ਮੈਸੂਰ ਟੀਪੂ ਸੁਲਤਾਨ ਨੂੰ ਕਿੱਦਾਂ ਹਰਾਉਣਾ ਹੈ, ਮਰਾਠਿਆਂ ਨੂੰ ਕਿੱਦਾਂ ਹਰਾਉਣਾ ਹੈ। ਇਹ ਸਾਰਾ ਸਿਸਟਮ ਬੋਰਡ ਆਫ ਕੰਟਰੋਲ ਦੇ ਦੁਆਰਾ ਕੀਤਾ ਜਾਂਦਾ ਸੀਗਾ। ਇਟ ਇੰਪਲੋਇਡ ਬੋਰਡ ਆਫ ਕੰਟਰੋਲ ਟੂ ਸਰਵਾਈਵ ਦੀ ਡਾਇਰੈਕਟ ਆਲ ਦੀ ਆਪਰੇਸ਼ਨ ਆਫ ਦਾ ਸਿਵਲਸ, ਮਿਲਟਰੀ ਗਵਰਨਮੈਂਟ, ਰੈਵਨਿਊ ਐਂਡ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਹੁਣ ਜਦੋਂ ਬੋਰਡ ਆਫ ਕੰਟਰੋਲ ਦੇ ਅੰਡਰ ਰਹਿ ਕੇ ਬ੍ਰਿਟਿਸ਼ ਜਿਹੜੀ ਈਸਟ ਇੰਡੀਆ ਕੰਪਨੀ ਨੇ ਕਾਫੀ ਟੈਰੀਟਰੀ ਇੰਡੀਆ ਦੀ ਜਿੱਤ ਲਈ ਤੇ ਫਸਟ ਟਾਈਮ ਰਿਕੋਗਨਾਈਜ਼ ਕੀਤਾ, ਫਸਟ ਟਾਈਮ ਪੋਜੈਸ਼ਨ ਦਿਖਾਇਆ ਬ੍ਰਿਟਿਸ਼ ਗਵਰਨਮੈਂਟ ਦੀ ਟੈਰੀਟਰੀ ਬੋਲਿਆ ਗਿਆ ਉਸ ਟਾਈਮ ਦੇ ਉੱਪਰ, ਜਦੋਂ ਕਿਉਂਕਿ ਬੋਰਡ ਆਫ ਕੰਟਰੋਲ ਕਿਹਨੇ ਬਣਾਇਆ ਸੀਗਾ, ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ। ਤਾਂ ਜਿਹੜੀ ਜ਼ਮੀਨ ਹੁਣ ਬ੍ਰਿਟਿਸ਼ ਨੇ ਜਿੱਤ ਲਈ ਹੈ, ਕਲੋਨੀ ਜਿਹੜੀ ਜਿੱਤ ਲਈ ਹੈ, ਉਹ ਤਾਂ ਵਜਨੀ ਕਿਹਦੀ ਹੈ, ਬ੍ਰਿਟਿਸ਼ ਗਵਰਨਮੈਂਟ ਦੀ ਵਜਨੀ ਹੈ। ਤੇ ਪਹਿਲੀ ਵਾਰੀ ਇਹ ਦੱਸਿਆ ਗਿਆ ਕਿ ਇਹ ਇੰਡੀਆ ਕੀ ਹੈ ਜੀ, ਇਹ ਬ੍ਰਿਟਿਸ਼ ਦੀ ਪੋਜੈਸ਼ਨ ਹੈ, ਇਹ ਕਲੋਨੀ ਹੈ ਇੱਕ ਤਰ੍ਹਾਂ ਦੀ। ਠੀਕ ਹੈ ਜੀ, ਉਸ ਤੋਂ ਬਾਅਦ 10 ਦੀ ਐਕਟ ਆਫ ਦਾ ਸਿਗਨੀਫਿਕੈਂਟ 2 ਰੀਜ਼ਨ, 2 ਕਾਰਨਾਂ ਨਾਲ ਇਹ ਐਕਟ ਬਹੁਤ ਜ਼ਿਆਦਾ ਫੇਮਸ ਹੈ। ਕੰਪਨੀ ਟੈਰੀਟਰੀ ਇਨ ਇੰਡੀਆ ਵਰ ਬੀ ਦੀ ਕਾਲ ਦਾ ਫਸਟ ਟਾਈਮ ਬ੍ਰਿਟਿਸ਼ ਪੋਜੈਸ਼ਨ ਇਨ ਇੰਡੀਆ, ਇਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ, ਇੱਕ ਮੇਨ ਇਹ ਕਾਰਨ ਸੀਗਾ। ਉਸ ਤੋਂ ਬਾਅਦ ਗਵਰਨਮੈਂਟ ਹੈਜ਼ ਬ੍ਰਿਟਿਸ਼ ਗਵਰਨਮੈਂਟ ਗਿਵਨ ਦਾ ਸੁਪਰੀਮ ਕੰਟਰੋਲ ਓਵਰ ਦਾ ਕੰਪਨੀ ਅਫੇਅਰਸ ਐਂਡ ਐਡਮਿਨਿਸਟ੍ਰੇਸ਼ਨ। ਰੈਗੂਲੇਟਿੰਗ ਐਕਟ ਦੇ ਵਿੱਚ ਥੋੜ੍ਹਾ ਜਿਹਾ ਕੰਟਰੋਲ ਸੀਗਾ, ਸਿਰਫ ਪੈਸਿਆਂ ਦੇ ਉੱਪਰ ਲੈਣ ਦੇਣ ਸਲਾਹ ਲੈਂਦੇ ਸੀ, ਰਿਪੋਰਟਾਂ ਲੈਂਦੇ ਸੀਗੇ। ਬਟ ਜਦੋਂ ਬ੍ਰਿਟਿਸ਼ ਜਿਹੜਾ ਬੋਰਡ ਵੀ ਬਣ ਗਿਆ, ਕੰਟਰੋਲ ਬਣ ਗਿਆ, ਡਾਇਰੈਕਟਰ ਵਾਲੀ ਟੀਮ ਅਲੱਗ ਹੈ, ਪੋਲੀਟੀਕਲ ਫੰਕਸ਼ਨ ਅਲੱਗ ਹੈ, ਉਹ ਵੀ ਵੇਖ ਰਹੇ ਨੇ, ਸਿਵਲ ਵਾਲੇ ਵੀ ਵੇਖ ਰਹੇ ਨੇ, ਜਸਟਿਸ ਵੀ ਵੇਖ ਰਹੇ ਨੇ, ਪੈਸਾ ਵੀ ਆ ਰਿਹਾ ਹੈ, ਸਾਰਾ ਸਿਸਟਮ। ਤਾਂ ਈਸਟ ਇੰਡੀਆ ਕੰਪਨੀ ਦੇ ਉੱਪਰ ਪ੍ਰੋਪਰ ਤਰੀਕੇ ਦੇ ਨਾਲ ਸੁਪਰੀਮ ਕੰਟਰੋਲ ਕਿਹੜੇ ਐਕਟ ਤੋਂ ਪਾਸ ਹੁੰਦਾ ਹੈ, ਉਹ ਹੁੰਦਾ ਸੀ ਪਿਟਸ ਇੰਡੀਆ ਐਕਟ ਤੋਂ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਵੇਗਾ ਹੁਣ ਤੱਕ ਦਾ। ਤੇ ਜੇ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਪਲੀਜ਼ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਆਪਣੀ ਫਰੈਂਡਸ ਦੇ ਵਿੱਚ। ਇਸੇ ਤਰ੍ਹਾਂ ਦਾ ਲੈਕਚਰ ਅੱਗੇ ਨੈਕਸਟ ਅਸੀਂ ਕੰਟੀਨਿਊ ਕਰਾਂਗੇ ਅਸੀਂ ਇਸ ਨੈਕਸਟ ਵਾਲੇ ਐਕਟ ਨੂੰ। ਤੇ ਇਸੇ ਤਰ੍ਹਾਂ ਦੀ ਵੀਡੀਓਜ਼ ਨੂੰ ਫਰਦਰ ਵੇਖਣ ਵਾਸਤੇ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ, ਨਾਲੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ। ਇਸ ਦੀ PDF ਲੈਣ ਵਾਸਤੇ ਇਹਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ WhatsApp ਲਿੰਕ ਹੈ ਗਰੁੱਪ ਦਾ, ਉਸ ਦੇ ਵਿੱਚ ਤੁਸੀਂ ਇਸ ਦੀ PDF ਤੁਹਾਨੂੰ ਲక్ష్ਮੀਕਾਂਤ ਬੁੱਕ ਦੀ ਮਿਲ ਜਾਏਗੀ, ਤੇ ਇਸ ਦੀ PDF ਨੂੰ ਤੁਸੀਂ ਨਾਲ ਦੀ ਨਾਲ ਪੜ੍ਹ ਵੀ ਚੱਲੋ। ਠੀਕ ਹੈ ਜੀ, ਤੇ ਥੈਂਕ ਯੂ, ਹੈਪੀ ਲਰਨਿੰਗ ਟੂ ਆਲ।